जी आए नू प्यारे विद्यार्थियों 8th क्लास दी साइंस दी बुक दा चैप्टर नंबर 13 साउंड अर्थात आवाज़ उस चैप्टर ਦੇ ਕੀਵਰਡਸ ਅਤੇ ਨੋਟਸ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ। ਸੋ ਤੁਸੀਂ ਕਿਰਪਾ ਕਰਕੇ ਆਪਣੀ ਨੋਟਬੁੱਕ ਲੈ ਲਓ, ਪੈਨ ਲੈ ਲਓ। ਇਸ ਵੀਡੀਓ ਵਿੱਚ ਤੁਹਾਡਾ ਸਾਰਾ ਚੈਪਟਰ ਕਵਰ ਕੀਤਾ ਜਾਏਗਾ। ਸਾਰੀ ਟਰਮਸ ਉਹਦੀ ਡੈਫੀਨੇਸ਼ਨਸ ਐਕਸਪਲੇਨੇਸ਼ਨ ਨੋਟਸ ਤੇ ਨਾਲ ਉਹਦੀ ਐਕਸਪਲੇਨੇਸ਼ਨ ਜਿਹੜੀ ਹੈਗੀ ਹੈ ਉਹ ਸਾਰੀ ਮਤਲਬ ਕਿ ਤੁਹਾਨੂੰ ਡਿਟੇਲ ਵਿੱਚ ਸਮਝਾਈ ਜਾਏਗੀ। ਸੋ ਨੋਟਬੁੱਕ ਲੈ ਕੇ ਸਕਰੀਨ ਤੇ ਜਿਹੜੇ ਨੋਟਸ ਆ ਰਹੇ ਨੇ ਤੁਸੀਂ ਉਹਨਾਂ ਨੂੰ ਕਾਪੀ ਡਾਊਨ ਕਰ ਸਕਦੇ ਹੋ ਪੌਜ਼ ਕਰਕੇ ਵੀਡੀਓ ਤੇ ਨਾਲ ਜਿਹੜੀ ਗੱਲਾਂ ਦੱਸੀ ਜਾ ਰਹੀਆਂ ਉਹਨਾਂ ਨੂੰ ਵੀ ਤੁਸੀਂ ਸਾਈਡ ਤੇ ਨੋਟ ਕਰੀ ਜਾਣਾ ਹੈ। ਬਿਫੋਰ ਪ੍ਰੋਸੀਡਿੰਗ ਫਰਦਰ ਮੈਂ ਇੱਕ ਵਾਰ ਫਿਰ ਤੁਹਾਨੂੰ ਚੇਤੇ ਕਰਾ ਦਵਾਂ ਕਿ ਇਸੀ ਚੈਨਲ ਤੇ 8th ਕਲਾਸ ਦੇ ਨੋਟਸ ਮੈਥ ਦੇ 8th ਮੈਥ ਨੋਟਸ ਐਂਡ 8th ਮੈਥ ਇਹ ਦੋ ਪਲੇਲਿਸਟਾਂ ਬਣੀਆਂ ਹੋਈਆਂ। 8th ਮੈਥ ਨੋਟਸ ਵਿੱਚ ਤੁਹਾਨੂੰ ਚੈਪਟਰਸ ਦੇ ਰਿਲੇਟਡ ਕਨਸੈਪਟਸ ਸਾਰੀ ਐਕਸਪਲੇਨੇਸ਼ਨ ਹੈਗੀ ਹੈ ਚੈਪਟਰਸ ਦੀ ਤੇ 8th ਮੈਥ ਵਿੱਚ ਸਾਰੀ ਤੁਹਾਡੀ ਜਿਹੜੀ ਚੈਪਟਰ ਬੁੱਕ ਹੈਗੀ ਉਹਦੀ ਐਕਸਰਸਾਈਜ਼ ਦੇ ਸਾਰੇ ਸਮ ਸੋਲਵ ਕੀਤੇ ਹੋਏ ਨੇ ਐਕਸਪਲੇਨ ਕਰਕੇ। ਤੇ ਇੱਕ ਪਲੇਲਿਸਟ ਹੋ ਰਹੀ ਹੈ ਮੈਥ ਸ਼ਾਰਟਕਟਸ, ਤੁਸੀਂ ਉੱਤੇ ਵੀ ਜਾ ਕੇ ਹਾਊ ਟੂ ਮਲਟੀਪਲਾਈ ਫਾਸਟ, ਹਾਊ ਟੂ ਫਾਈਂਡ ਆਊਟ ਸਕੁਏਅਰਸ, ਉਹਨੂੰ ਵੀ ਤੁਸੀਂ ਡਿਵੀਜ਼ਨ ਦੇ ਕੁਝ ਸ਼ਾਰਟਕਟਸ ਹੈਗੇ ਨੇ ਉਹਦਾ ਲਾਹਾ ਵੀ ਲੈ ਸਕਦੇ ਹੋ। ਤੇ ਇੱਕ ਪਲੇਲਿਸਟ ਹੋਰ ਬਣਾਈਏ ਮੈਥ ਕਨਸੈਪਟਸ, ਉਹਦੇ ਵਿੱਚ ਮੈਥ ਨਾਲ ਰਿਲੇਟਡ ਕੁਝ ਐਕਸਟਰਾ ਕਨਸੈਪਟਸ ਜਿਹੜੇ ਹੈਗੇ ਨੇ ਤੁਹਾਡੀ ਐਜੂਕੇਸ਼ਨ ਨਾਲ ਰਿਲੇਟਡ ਉਹ ਵੀ ਮੈਂ ਉਹਦੇ ਵਿੱਚ ਕਵਰ ਕੀਤੇ ਨੇ। ਸੋ ਤੁਸੀਂ ਉਹਨਾਂ ਨੂੰ ਵੀ ਐਕਸੈਸ ਕਰਕੇ ਉੱਧਰੋਂ ਵੀ ਕੋਈ ਨਾ ਕੋਈ ਤੁਸੀਂ ਐਕਸਟਰਾ ਨੌਲੇਜ ਗੇਨ ਕਰ ਸਕਦੇ ਹੋ। ਸੋ ਆਓ ਸ਼ੁਰੂ ਕਰੀਏ ਵਾਲੇ ਚੈਪਟਰ ਨੂੰ। ਓਕੇ, ਪਹਿਲੇ ਅਸੀਂ ਜਾਣ ਲਈ ਕਿ ਵੈਕਿਊਮ ਕੀ ਹੁੰਦਾ ਹੈ। ਠੀਕ ਹੈ, ਵੈਨ ਏਅਰ ਹੈਜ਼ ਬੀਨ ਰਿਮੂਵਡ ਕੰਪਲੀਟਲੀ ਫਰੋਮ ਅ ਵੈਸਲ, ਵੈਸਲ ਮੈਨੇ ਕੋਈ ਵੀ ਬਰਤਨ ਭਾਂਡਾ ਕੋਈ ਕੰਟੇਨਰ ਹੋ ਸਕਦਾ ਹੈ ਤੇ ਉਹਨਾਂ ਸਕ ਕਰਕੇ ਮਤਲਬ ਕਿ ਸਕੁਈਜ਼ ਆਊਟ ਕਰਕੇ ਬਾਹਰ ਕੱਢ ਕੇ ਪੰਪ ਦੇ ਨਾਲ ਐਗਜ਼ੌਸਟ ਦੇ ਨਾਲ ਜੇ ਸਾਰੀ ਹਵਾ ਕੱਢ ਲਈ ਜਾਵੇ ਤੇ ਇਟ ਇਜ਼ ਸੈਡ ਦੈਟ ਦੇਰ ਇਜ਼ ਅ ਵੈਕਿਊਮ ਇਨ ਦੀ ਵੈਸਲ, ਅਰਥਾਤ ਉਹਦੇ ਵਿੱਚ ਕੋਈ ਹੁਣ ਹਵਾ ਨਹੀਂ ਹੈਗੀ, ਉਹਨੂੰ ਕਿਹਾ ਜਾਂਦਾ ਵੈਕਿਊਮ। ਕੁਛ ਖਾਲੀ ਸਥਾਨ ਹੈ, ਕੁਛ ਵੀ ਨਹੀਂ ਹੈਗਾ, ਨਾ ਆਕਸੀਜਨ ਹੈ ਨਾ ਆਰਗਨ ਹੈ, ਕੋਈ ਮੀਡੀਅਮ ਨਹੀਂ ਹੈ, ਕੋਈ ਮੋਲੀਕਿਊਲਸ ਨਹੀਂ ਹੈਗੇ। ਦੀ ਸਾਊਂਡ ਕੈਨ ਨੋਟ ਟਰੈਵਲ ਥਰੂ ਆ ਵੈਕਿਊਮ। ਹੁਣ ਇਹ ਗੱਲ ਬੜੀ ਇੰਪੋਰਟੈਂਟ ਫੈਕਟ ਹੈਗਾ, ਇਹਨੂੰ ਚੰਗੀ ਤਰ੍ਹਾਂ ਦਿਮਾਗ 'ਚ ਰੱਖਣਾ ਹੈ ਕਿ ਸਾਊਂਡ ਕੈਨ ਨੋਟ ਟਰੈਵਲ ਥਰੂ ਆ ਵੈਕਿਊਮ, ਸਾਊਂਡ ਕੈਨ ਓਨਲੀ ਟਰੈਵਲ ਥਰੂ ਆ medium. So air is also a medium. So medium ਤਿੰਨ ਟਾਈਪ ਦੇ ਹੁੰਦੇ ਨੇ, liquid is also a medium, solid is also a medium, gas is also a medium. So ਜਦੋਂ ਸਾਰੀ ਗੈਸ ਕੱਢ ਲਈ ਜਾਵੇ ਕਿਸੇ ਚੀਜ਼ ਚੋਂ, ਠੀਕ ਹੈ ਨਾ, ਤੇ ਉਹਨੂੰ ਕਿਹਾ ਜਾਂਦਾ ਹੈ ਵੈਕਿਊਮ। ਇੱਥੇ ਮੈਂ ਤੁਹਾਡੀ ਜਾਣਕਾਰੀ 'ਚ ਇੱਕ ਐਕਸਟਰਾ ਮਤਲਬ ਕਿ ਦੱਸ ਦੇਵਾਂ ਗੱਲ ਕਿ there is never a perfect vacuum. ਕੁਛ ਨਾ ਕੁਛ ਮੋਲੀਕੂਲ ਜ਼ਰੂਰ ਰਹਿ ਜਾਣਗੇ ਬਟ ਨੀਅਰਲੀ ਇਟ ਵਿਲ ਬੀ ਕਾਲਡ ਐਜ਼ ਅ ਵੈਕਿਊਮ। ਜਦੋਂ ਮੋਸਟ ਆਫ ਦਾ ਏਅਰ ਨਿਕਲ ਜਾਏ ਤੇ ਸਾਊਂਡ ਕੈਨੋਟ ਟਰੈਵਲ ਐਨੀ ਮੋਰ ਤੇ ਅਸੀਂ ਇਹਨੂੰ ਕਹਿੰਦੇ ਹਾਂ ਵੀ that space is occupied by vacuum. So vacuum means nothingness, there are no molecules now. ठीक है, आओ आगे चलिए। ओके, अगली गल आ गई बच्चों वाइब्रेशन। ठीक है, दी टू एंड फ्रो, टू मैंने एक पासे जाना, फ्रो मैंने वापस उसी पासे दूजे पासे आना। दी टू एंड फ्रो और यहाँ इस तरह कहते बैक एंड फोर्थ, अगे पिछे मोशन ऑफ एन ऑब्जैक्ट, जिदा घड़ी का पेंडुलम होंगे या पींग होंगी है, बच्चे पींग झूटते हैं अगे पिछे जाते हैं। ठीक है, इज कॉल्ड वाइब्रेशन। इफ अ टाइटली स्ट्रेच्ड बैंड रबड़ वाला और वायर स्ट्रिंग धागा इज प्लक्ड खिंचा जाए इट वाइब्रेट्स। मैं अगे जाके तुहानूं डायग्राम्स दिखावांगा ये उन्ना होर क्लीयर हो जाएगा। ठीक है, मैटल स्ट्रिप fixed at one end also vibrates when its free end is flipped. flipped बने दा चुटकी बजाई जाती है, उन्होंने इन्हू थले एक पासे करके छड़ दिता जाता है फ्लिप मैटल स्ट्रिप नू। इन सम केसेस दी वाइब्रेशंस आर ईजीली विजिबल टू अस, सानू नज़र आती है चीज़ वाइब्रेट करती नज़र आती है, बट इन मोस्ट केसेस देयर एम्पलीट्यूड इज सो स्मॉल, एम्पलीट्यूड होंदा है एक्सटेंट ऑफ वाइब्रेशन, वो अपनी मीन पोजीशन तो कितना गई है, टू कितना गई है फ्रो, कितना गई है बैक, कितना गई है फोर्थ। यह भी मैं अगे डायग्राम के राही तुहानूं समझावांगा, उन्ना होर क्लीयर हो जाएगा। ठीक है, देयर एम्पलीट्यूड इज सो स्मॉल, इन्ना छोटा है कि वी कैनॉट सी दैम, सो दैट एम्पलीट्यूड इज़ वेरी स्मॉल, सानूं लगेगा कि ये चीज़ स्टेशनरी है बट एक्चुअली इट इज़ वाइब्रेटिंग। ठीक है, हाउ एवर वी कैन फील दैम, उसनूं फील किया जा सकता है वाइब्रेशनस नूं। ठीक है, टच करके फील किया जा सकता है या कोई होर सेंसिटिविटी चीज़ के नाल उन्होंने मतलब कि वो ब्रॉड इन टच जाके उन्होंने महसूस किया जा सकता है। दिस टू एंड फ्रो मोशन इज आल्सो नोन एज ऑसीलेटरी मोशन।
ਸੋ ਇਹਨੂੰ ਅਸੀਂ ਵਾਈਬ੍ਰੇਸ਼ਨਸ ਵੀ ਕਹਿ ਦਿੰਦੇ ਆ, ਵਾਈਬ੍ਰੇਟਰੀ ਮੋਸ਼ਨ ਵੀ ਕਹਿ ਦਿੰਦੇ ਆ, ਔਸੀਲੇਟਰੀ ਮੋਸ਼ਨ ਵੀ ਕਹਿ ਦਿੰਦੇ ਆ, ਔਸੀਲੇਸ਼ਨ ਵੀ ਕਹਿ ਦਿੰਦੇ ਆ। ਸੋ ਇਹ ਯਾਦ ਰੱਖਣਾ, ਇਹ ਸਾਰਿਆਂ ਦਾ ਇੱਕੋ ਹੀ ਮਤਲਬ ਹੈ, ਔਸੀਲੇਸ਼ਨ, ਵਾਈਬ੍ਰੇਸ਼ਨ। ਤੇ ਜਿਹੜਾ ਮੂਵਮੈਂਟ ਹੈ ਉਹਨੂੰ ਔਸੀਲੇਟਰੀ ਮੋਸ਼ਨ ਜਾਂ ਵਾਈਬ੍ਰੇਟਰੀ ਮੋਸ਼ਨ ਵੀ ਕਹਿ ਸਕਦੇ ਹਾਂ। ਇਹ ਤੁਸੀਂ ਨਾਲ ਲਿਖ ਲਵੋ। ਸੋ oscillation, vibration, oscillatory motion, vibratory motion, they all mean the same thing। आगे चलिए। ओके, ਹੁਣ अगली गल आ गई बच्चों frequency। The number of oscillations per second is called the frequency of oscillation। ਇਹ डेफिनेशन है, तुसीं इहनूं रट्टा लगा लेना चंगी तरह, एक लाइन है सिर्फ। The number of oscillations per second। oscillation ਕੀ ਹੁੰਦੀ है बच्चों, एक जगह तो दूजी जगह टू गई, वापस मीन पोजीशन ते आई, फिर फ्रो गई, फिर वापस मीन पोजीशन ते आ गई। यह पूरा साइकिल एक ऑसीलेशन होंगे। ठीक है। सो फ्रीक्वेंसी इज एक्सप्रैसड इन हर्ट्स। हर्ट्स की है बच्चों, ये यूनिट है। जिवें असीं कहने लैंथ दी यूनिट मीटर है, एरिया दी यूनिट मीटर स्क्वेयर है, टाइम दी यूनिट सैकेंड है, इसी तरह फ्रीक्वेंसी दी यूनिट हर्ट्स है। हर्ट्स मीन्स सो मैनी साइकिल्स, सो मैनी ऑसीलेशंस, सो मैनी वाइब्रेशंस पर सैकेंड। ठीक है। जिदा हम अगे एग्जाम्पल समझ लें, आ फ्रीक्वेंसी ऑफ 1 हर्ट्स इज़ 1 ऑसीलेशन पर सैकेंड। अर्थात जे फ्रीक्वेंसी 1 हर्ट्स है, ਇਹਦਾ मतलब है होया कि चीज़ एक सैकेंड विच एक साइकिल पूरा एक वाइब्रेशन कर रही है, एक ऑसीलेशन कर रही है। इफ़ एन ऑब्जेक्ट ऑसीलेट्स 20 टाइम्स इन 1 सेकेंड, 20 टाइम कर दी है तो फ्रीक्वेंसी 20 हो गई, देन द फ्रीक्वेंसी इज 20 हर्ट्स। ठीक है। सो हर्ट्स is equal to cycle per second। 1 hertz 1 cycle per second, 20 hertz 20 cycle per second, 1000 hertz 1000 cycles per second, 1000 oscillations per second। ठीक है। फिर आ गया बच्चों टाइम पीरियड। टाइम टेकन टू कंप्लीट 1 वाइब्रेशन इज नोन एज टाइम पीरियड। एक ऑसीलेशन नू, एक वाइब्रेशन नू कितना टाइम लगता है? 0.1 सेकेंड लगता है, 1 सेकेंड लगता है, 0.15 सेकेंड लगता है। दैट इज टाइम पीरियड। एंड टाइम पीरियड इज इक्वल टू 1 अपॉन फ्रीक्वेंसी। ठीक है। टाइम पीरियड इज रेसिप्रोकल ऑफ फ्रीक्वेंसी। अगर मान लो फ्रीक्वेंसी 20 है तो टाइम पीरियड हो जाएगा 1 अपॉन 20, मतलब कि 0.05 वो टाइम पीरियड हो जाएगा। ठीक है। ये मतलब है कि होया कि 1 सेकेंड विच 20 साइकिल्स होंदे ने तो एक साइकिल 0.05 सेकेंड विच होंदा है। ठीक है। आगे चलिए। ओके, हुण एग्जाम्पल ले लीए वरना होर गल क्लीयर हो जाएगी। अ बॉडी वाइब्रेट्स 250 टाइम्स इन 10 सेकेंड्स। फाइंड इट्स फ्रीक्वेंसी एंड टाइम पीरियड। हुण एग्जाम्पल है, मैं तुहानूं तां दे रहा अपने नाल एग्जाम्पल बनाता है ताकि तुहानूं क्लीयर हो जाएगा। अ बॉडी वाइब्रेट्स, वाइब्रेट्स की जगह मैं लिख सकता सी ऑसीलेट्स, तो या मैं यह भी कह सकता सीगा हाँ बॉडी वाइब्रेट्स और ऑसीलेट्स 250 टाइम्स इन 10 सेकेंड्स। हुण मैं 1 सेकेंड नहीं दिता, मैं जान के 10 सेकेंड दे दिता है। ठीक है। फाइंड इट्स फ्रीक्वेंसी एंड पीरियड। हुण फ्रीक्वेंसी की होंदी बच्चों, फ्रीक्वेंसी इज नंबर ऑफ वाइब्रेशंस इन 1 सेकेंड। सो 1 सेकेंड वास्ते कढ़ना है, सो आ जाएगा 250 अपॉन 10 इज इक्वल टू 25। 0 ना 0 कट गया। सो फ्रीक्वेंसी कितनी होगी 25, तो फ्रीक्वेंसी की यूनिट की हैगी हर्ट्स। 10 फ्रीक्वेंसी इज इक्वल टू 25 हर्ट्स। सो सिंपल आंसर आ गया। ठीक है ना। बिकॉज इट इज इन 10 सेकेंड्स वी हैव टू फाइंड नंबर ऑफ वाइब्रेशंस इन 1 सेकेंड। सो 1 सेकेंड फाइंड आउट करने की करना पेगा, सानू टाइम के नाल डिवाइड करना पेगा। जे पहले ही अगर 1 सेकेंड दिता होंदा तो फिर स्ट्रेट अवे अगर मान लो मैं इदा लिखा होंदा अ बॉडी वाइब्रेट्स 250 टाइम्स इन 1 सेकेंड। सो फ्रीक्वेंसी की होनी सी 250 अपॉन 1 इज इक्वल टू 250। सो फ्रीक्वेंसी वुड हैव बीन 250 हर्ट्स। हुण टाइम है 10 सेकेंड, सो 250 अपॉन 10 इज इक्वल टू 25 हर्ट्स। तो टाइम पीरियड इज इक्वल टू 1 अपॉन फ्रीक्वेंसी, सो इज इक्वल टू 1 अपॉन 25 इज इक्वल टू 0.04। 10 टाइम पीरियड इज इक्वल टू, ओह बच्चों इतने थोड़ी गलती हो गई, डबल 0 आ गया, माफ़ करना गलती मिस प्रिंटिंग हो गई बच्चों। देखो इतने मैं ठीक लिखा है 0.04। ठीक है। सो तुसी इनू ठीक कर लेना प्लीज़। दो गलती हो गई इतने मिस प्रिंटिंग टाइपिंग विच मिस्टेक हो गई। सो टाइम पीरियड इज इक्वल टू 0.04 सेकेंड्स। सो इतने आंसर आएगा 0.04 सेकेंड्स है, एक 0 मिटा देना प्लीज़। ठीक है।
ਹੁਣ मैं इस छोटी जी गलती ਲਈ फिर वीडियो मैंने सारा दोबारा बनाना पेगा। सो मैं ਤੁਹਾਨੂੰ ਇੱਥੇ ਦੱਸ ਦਿੱਤਾ ਹੈ, ਇੱਥੇ मैं ठीक लिखा ਸੀਗਾ, ਇੱਥੇ थोड़ी गलती हो गई है। ठीक है बच्चों, सो ਇਹਨੂੰ ਤੁਸੀਂ ठीक कर लेना प्लीज़। सो आओ ਹੁਣ ਅੱਗੇ चलिए। ਹੁਣ देखो एम्पलीट्यूड समझना ਸੀਗਾ। ਅਸੀਂ ਦੱਸਿਆ ਪਹਿਲੇ ਇੱਕ ਸਟ੍ਰਿੰਗ ਵੈਨ ਅ ਬੈਂਡ ਔਰ ਸਟ੍ਰਿੰਗ ਔਰ ਵਾਇਰ ਇਜ਼ ਸਟ੍ਰੈਚਡ, ਇਹ ਦੇਖੋ ਦੋ ਸਟਰੋਂਗ ਪੁਆਇੰਟ ਹੈਗੇ ਨੇ ਦੀਵਾਰ ਦੇ ਵਿੱਚ, ਹੁੱਕ ਮੈਂ ਤਾਂ ਇਹ ਸਟਿਚ ਕਰ ਦਿੱਤਾ ਸਟ੍ਰੈਚ। ਠੀਕ ਹੈ, ਮੈਂ ਇਹਨੂੰ ਫੜ ਕੇ ਇੱਥੇ ਉਂਗਲ ਰੱਖੀ ਤੇ ਮੈਂ ਇਹਨੂੰ ਥੱਲੇ ਖਿੱਚਿਆ ਤੇ ਇਹ ਕੀ ਹੋਇਆ, ਇਹ ਕੀ ਕਰੇਗਾ, ਇਹ ਤਾਰ ਉੱਪਰ ਜਾਏਗੀ। ਠੀਕ ਹੈ, ਇਹ ਜਿੰਨੀ ਉੱਪਰ ਜਾਂਦੀ ਹੈ, ਇਹ ओरिजिनल पोजीशन है, मीन पोजीशन, ਜਿੰਨੀ ਉੱਪਰ ਜਾਏਗੀ, ਜਿੰਨੇ ਮਿਲੀਮੀਟਰ ਸੈਂਟੀਮੀਟਰ ਜਾਏਗੀ, ਉਹ ਡਿਸਟੈਂਸ ਨੂੰ ਕਿਹਾ ਜਾਂਦਾ ਮੈਕਸਿਮਮ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਐਂਪਲੀਟਿਊਡ। ਦੀ डिस्प्लेसमेंट मैंने शिफ्ट डिस्टेंस कवर्ड, द डिस्प्लेसमेंट ऑफ द वाइब्रेटिंग ऑब्जेक्ट फ्रॉम इट्स मीन पोजीशन, ਇਹ मीन पोजीशन है, ਇਹ मीन पोजीशन है। मैं जिले ਨੂੰ ਤਾਰ ਨੂੰ ਦਬਿਆ, ਇੱਥੇ ਮੈਂ ਹੱਥ ਲਾ ਕੇ ਉਂਗਲ ਲਾ ਕੇ ਇਹਨੂੰ ਥੱਲੇ ਖਿੱਚਿਆ ਤੇ ਉੱਪਰ ਇਹ ਤਾਰ ਇੱਦਾਂ ਗਈ, ਫਿਰ ਇਹ ਥੱਲੇ ਆਈ, ਇਹ ਵਾਈਬ੍ਰੇਟ ਕਰਨ ਲੱਗੀ ਤਾਂ ਉੱਤੇ ਥੱਲੇ। ਸੋ ਇਹ ਜਿੰਨਾ ਵਾਈਬ੍ਰੇਟ ਮੈਕਸਿਮਮ ਗਈ ਡਿਸਟੈਂਸ ਉਹਨੂੰ ਕਿਹਾ ਜਾਂਦਾ ਬੱਚਿਓ ਐਂਪਲੀਟਿਊਡ। ਤੇ ਸਾਈਕਲ ਪੂਰਾ ਕਿੱਦਾਂ ਬਣਦਾ ਹੈ, ਔਸੀਲੇਸ਼ਨ ਪੂਰਾ ਕਿੱਦਾਂ ਬਣਦਾ ਹੈ, ਇੱਥੋਂ ਸ਼ੁਰੂ ਹੋਇਆ ਸੈਂਟਰ ਤੋਂ, ਇੱਥੇ ਗਈ, ਠੀਕ ਹੈ, ਕੁਆਟਰ ਸਾਈਕਲ ਹੋ ਗਿਆ, ਵਾਪਸ ਆਈ, ਹਾਫ ਸਾਈਕਲ ਹੋ ਗਿਆ, ਫਿਰ ਇਹ 2 ਹੋ ਗਏ ਸੀ ਨਾ, ਇਹ 2 ਸੀ, ਹੁਣ ਇਹ ਫਰੋ, ਫਿਰ ਥੱਲੇ ਆਈ, ਫਿਰ ਵਾਪਸ ਆਈ, ਇਹ ਬਣ ਗਿਆ ਇੱਕ ਸਾਈਕਲ। ਦਿਸ ਇਜ਼ ਵਨ ਔਸੀਲੇਸ਼ਨ। ਸੋ ਵਨ ਔਸੀਲੇਸ਼ਨ ਕਿਸ ਤਰ੍ਹਾਂ ਹੁੰਦੀ ਹੈ, ਉੱਪਰ ਥੱਲੇ ਫਿਰ ਉੱਪਰ। ਜੇ ਮੈਂ ਇਹਨੂੰ ਉੱਪਰ ਨੂੰ ਖਿੱਚ ਦਿੰਦਾ, ਤਾਰ ਨੂੰ ਪਹਿਲੇ ਉੱਪਰ ਕਰ ਦਿੰਦਾ, ਮਤਲਬ ਕਿ ਮੈਂ ਉੱਪਰ, ਇੱਕੋ ਗੱਲ ਹੈਗੀ ਹੈ, ਮੈਂ ਤਾਰ ਨੂੰ ਥੱਲੇ ਖਿੱਚਣ ਦੀ ਬਜਾਏ ਤਾਰ ਨੂੰ ਉੱਪਰ ਕਰ ਦਿੰਦਾ ਤੇ ਫਿਰ ਇਹਨੇ ਪਹਿਲੇ ਥੱਲੇ ਜਾਣਾ ਸੀ, ਇੱਦਾਂ, ਫਿਰ ਇੱਧਰ, ਫਿਰ ਇੱਧਰ, ਫਿਰ ਇੱਧਰ। ਸੋ ਦਿਸ ਇਜ਼ ਵਨ ਸਾਈਕਲ ਔਰ ਵਨ ਵਾਈਬ੍ਰੇਸ਼ਨ ਔਰ ਵਨ ਔਸੀਲੇਸ਼ਨ। ਤੇ ਜਿੰਨਾ ਡਿਸਟੈਂਸ ਮੂਵ ਕਰੇਗੀ ਉਹਨੂੰ, ਜਿੰਨਾ ਡਿਸਟੈਂਸ ਜਾਏਗੀ ਮੀਨ ਪੋਜੀਸ਼ਨ ਤੋਂ, ਉਹਨੂੰ ਕਿਹਾ ਜਾਂਦਾ ਐਂਪਲੀਟਿਊਡ। ਤੁਸੀਂ ਇੱਕ ਲਾਈਨ ਦੀ ਡੈਫੀਨੇਸ਼ਨ ਨੂੰ ਚੰਗੀ ਤਰ੍ਹਾਂ ਰੱਟਾ ਲਗਾ ਲੈਣਾ ਹੈ। The displacement of the vibrating object from its mean position is called amplitude। ਨਾਲ ਡਾਇਗਰਾਮ ਬਣਾ ਲੈਣਾ। ਇੱਕ ਡਾਇਗਰਾਮ ਹੋਰ ਲੈ ਲਈਏ, ਮੈਟਲ ਸਟ੍ਰਿਪ। ਇਹ ਬੱਚੋ ਸਟ੍ਰਿਪ ਦੇਖੋ, ਤੁਹਾਨੂੰ ਲਾਈਨ ਨਜ਼ਰ ਆ ਰਹੀ ਹੈ ਨਾ, ਅਸਲ ਵਿੱਚ ਕੀ ਹੈ, ਇਹ ਸਟ੍ਰਿਪ ਮੈਂ ਹੌਰੀਜ਼ੌਂਟਲ ਰੱਖੀ ਹੋਈ ਹੈ ਤਾਂ ਕਿ ਮੈਨੂੰ ਇਹਦਾ ਬੈਕ ਤੇ ਨਜ਼ਰ ਨਹੀਂ ਆ ਰਿਹਾ। ਇਹ ਸਟ੍ਰਿਪ ਹੈਗੀ, ਜਿੱਦਾਂ ਬਲੇਡ ਹੁੰਦਾ ਨਾ, ਹੈਕਸਾ ਬਲੇਡ ਲੈ ਲਓ, ਹੈਕਸਾ ਬਲੇਡ ਜਾਂ ਪੱਤੀ ਲੈ ਲਓ ਕੋਈ, ਤੇ ਪੱਤੀ ਮੈਂ ਵਿੱਚ ਫਸਾਈ ਹੈ ਦੀਵਾਰ ਦੇ, 2 ਇੱਟਾਂ ਦੇ ਵਿੱਚ ਫਸਾਈ ਹੋਈ ਹੈ। ਠੀਕ ਹੈ, ਇਹ ਫਿਕਸਡ ਐਂਡ ਹੈਗਾ, ਦਿਸ ਇਜ਼ ਅ ਫਿਕਸਡ ਐਂਡ ਐਂਡ ਦਿਸ ਇਜ਼ ਦੀ ਫ੍ਰੀ ਐਂਡ। ਮੈਂ ਫ੍ਰੀ ਐਂਡ ਨੂੰ ਕੀ ਕੀਤਾ, ਮੈਂ ਪੁਸ਼ ਕੀਤਾ ਇੱਥੇ ਥੱਲੇ ਉਂਗਲ ਦੇ ਨਾਲ, ਇਹਦਾ ਲਿਆਂਦਾ ਤੇ ਇਹ ਕੀ ਹੋਏਗਾ, ਇੱਦਾਂ ਵਾਈਬ੍ਰੇਟ ਕਰੇਗੀ, ਫਿਰ ਇਹਦਾ ਉੱਤੇ ਥੱਲੇ ਵਾਈਬ੍ਰੇਟ ਕਰੇਗੀ। ਸੋ ਇੱਥੋਂ ਦੀ ਇੱਥੇ ਤੱਕ ਇਹ ਗਈ ਤੇ ਕੀ ਬਣ ਗਿਆ, ਐਂਪਲੀਟਿਊਡ। ਤੇ ਪੂਰਾ ਸਾਈਕਲ ਕਿੱਦਾਂ ਬਣੇਗਾ, ਇੱਥੇ ਗਈ ਸਟ੍ਰਿਪ, ਇੱਥੇ ਆਈ, ਫਿਰ ਥੱਲੇ ਗਈ, ਫਿਰ ਵਾਪਸ ਆ ਗਈ, ਇਹ ਬਣ ਗਿਆ ਇੱਕ ਵਾਈਬ੍ਰੇਸ਼ਨ, ਇੱਕ ਸਾਈਕਲ। ਠੀਕ ਹੈ, ਦਿਸ ਇਜ਼ ਵਨ ਔਸੀਲੇਸ਼ਨ। और ਅੱਗੇ ਚਲੀਏ, ਹੋਰ ਇੱਕ ਚੀਜ਼ ਡਾਇਗਰਾਮ ਹੋਰ ਸਮਝ ਲਈਏ। ਇਹਨੂੰ ਬੱਚਿਓ ਗ੍ਰਾਫ ਦੇ ਰੂਪ ਵਿੱਚ ਇਸ ਤਰ੍ਹਾਂ ਸ਼ੇਪ ਕੀਤਾ ਜਾ ਸਕਦਾ ਹੈ। ਜਿਹੜਾ ਉਹ ਸਟ੍ਰਿੰਗ ਸੀ ਜਾਂ ਪੱਤੀ ਸੀ, ਇਹ ਮੀਨ ਪੋਜੀਸ਼ਨ ਹੈ, ਇੱਥੋਂ ਦੀ ਇੱਥੇ ਤੱਕ ਗਈ, ਵਾਪਸ ਆਈ, ਹੁਣ ਦੂਜੇ ਪਾਸੇ ਗਈ ਥੱਲੇ, ਐਂਪਲੀਟਿਊਡ ਤੇ ਗਈ, ਫਿਰ ਵਾਪਸ ਆਈ। ਸੋ ਇਹ ਇੱਕ ਬਣ ਗਿਆ ਇੱਕ ਸਾਈਕਲ। ਇਹ ਇੱਕ ਪਾਸੇ ਦਾ ਸਾਈਕਲ ਹੈ, ਇਹ ਦੂਜੇ ਪਾਸੇ ਦਾ ਹਾਫ ਸਾਈਕਲ। ਸੋ ਐਂਪਲੀਟਿਊਡ ਮੈਕਸਿਮਮ, ਵਾਪਸ ਮੀਨ ਪੋਜੀਸ਼ਨ ਤੇ, ਦੂਜੇ ਪਾਸੇ ਮੈਕਸਿਮਮ ਐਂਪਲੀਟਿਊਡ, ਵਾਪਸ ਮੀਨ ਪੋਜੀਸ਼ਨ ਤੇ, ਵਨ ਵਾਈਬ੍ਰੇਸ਼ਨ, ਵਨ ਸਾਈਕਲ। ਸੋ ਬੱਚੋ ਜਿਹੜਾ ਇਹ ਗ੍ਰਾਫ ਹੈਗਾ ਇਸ ਤਰ੍ਹਾਂ, ਦਿਸ ਗ੍ਰਾਫ ਰਿਪਰਜੈਂਟਸ ਵਨ ਔਸੀਲੇਸ਼ਨ ਔਰ ਵਨ ਵਾਈਬ੍ਰੇਸ਼ਨ ਔਰ ਵਨ ਸਾਈਕਲ। ਤੇ ਇਹ ਅਗਰ ਇਹ ਟਾਈਮ 1 ਸੈਕਿੰਡ ਹੋਵੇ, if it is 1 second then it is a frequency of 1 hertz। ठीक है बच्चों, ਇਹ ਗੱਲ ਸਮਝ ਆ ਗਈ। ਇਹਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲੈਣਾ, ਇਹਨੂੰ ਚੰਗੀ ਤਰ੍ਹਾਂ ਪ੍ਰੈਕਟਿਸ ਤੁਸੀਂ ਕਰ ਲੈਣੀ ਹੈ। ਆਓ ਅੱਗੇ ਚਲੀਏ। ਓਕੇ, ਹੁਣ ਆ ਗਿਆ ਸਾਊਂਡ। ਠੀਕ ਹੈ, ਸਾਊਂਡ ਇਜ਼ ਪ੍ਰੋਡਿਊਸਡ ਬਾਏ ਆ ਵਾਈਬ੍ਰੇਟਿੰਗ ਆਬਜੈਕਟ। ਕੋਈ ਵੀ ਚੀਜ਼ ਜਦੋਂ ਵਾਈਬ੍ਰੇਟ ਕਰਦੀ ਹੈ ਉਹ ਸਾਊਂਡ ਪ੍ਰੋਡਿਊਸ ਕਰਦੀ ਹੈ। ਸਾਊਂਡ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਆਵਰ ਲਾਈਫਸ। ਅਸੀਂ ਸੁਣ ਕੇ ਇੱਕ ਦੂਜੇ ਤੋਂ ਸਿੱਖਦੇ ਹਾਂ, ਕੁਝ ਸੁਣਦੇ ਹਾਂ ਜਵਾਬ, ਗੱਲ ਸੁਣਦੇ ਹਾਂ ਫਿਰ ਜਵਾਬ ਦਿੰਦੇ ਹਾਂ, ਹੈ ਨਾ। ਇਟ ਹੈਲਪਸ ਅਸ ਟੂ ਕਮਿਊਨੀਕੇਟ ਵਿਦ ਵਨ ਅਨਦਰ। ਇੱਕ ਦੂਜੇ ਨਾਲ ਗੱਲਬਾਤ ਹੁੰਦੀ ਹੈ। ਸਾਊਂਡ ਇਜ਼ ਕੈਰੀਡ ਇਨ ਆਲ ਡਾਇਰੈਕਸ਼ਨਸ ਇਨ ਅ ਮੀਡੀਅਮ। ਜਦੋਂ ਅਸੀਂ ਆਵਾਜ਼ ਬੋਲਦੇ ਹਾਂ ਸੋ ਚਾਰੋਂ ਪਾਸੇ ਜਾਂਦੀ ਹੈ, ਆਲ ਸਾਈਡਸ, ਆਲ ਡਾਇਰੈਕਸ਼ਨਸ। ਇਟ ਕੈਨ ਨੋਟ ਟਰੈਵਲ ਇਨ ਵੈਕਿਊਮ। ਇਹ ਗੱਲ ਮੈਂ ਪਹਿਲੇ ਸਟਾਰਟਿੰਗ 'ਚ ਵੀ ਕਹੀ ਸੀ, ਵੈਕਿਊਮ ਵਿੱਚ ਇਹ ਟਰੈਵਲ ਨਹੀਂ ਕਰੇਗੀ। ਠੀਕ ਹੈ, ਦੀ ਮੀਡੀਅਮ ਕੁਡ ਬੀ ਗੈਸ, ਗੈਸ ਹੋ ਸਕਦੀ ਹੈ, ਲਿਕੁਇਡ ਵੀ ਹੋ ਸਕਦਾ ਹੈ, ਸੋਲਿਡ ਵੀ ਹੋ ਸਕਦਾ ਹੈ। ਵੇਲਸ, ਵੇਲ ਮੱਛੀ ਜਿਹੜੀ ਹੁੰਦੀ ਹੈ, ਡੋਲਫਿਨਸ, ਇਹ ਵੀ ਮੱਛੀ ਹੁੰਦੀ ਹੈ।
they can transmit and receive sound signals underwater because sound travels in water. ਕਹਿੰਦੇ ਡॉल्फिन्स और whales hundreds of ਕਿਲੋਮੀਟਰ ਦੂਰ ਤੱਕ ਆਪਣਾ ਕਮਿਊਨੀਕੇਸ਼ਨ ਕਰ ਸਕਦੀਆਂ ਮੱਛੀਆਂ। ਕਿਉਂ? ਉਹ ਤੇ ਪਾਣੀ 'ਚ ਰਹਿੰਦੀਆਂ। ਇੱਧਰੋਂ ਦੀ ਇਹ ਗੱਲ ਸਿੱਧ ਹੁੰਦੀ ਹੈ ਕਿ ਸਾਊਂਡ ਟਰੈਵਲਸ ਇਨ ਵਾਟਰ। ਇੱਕ ਮੱਛੀ ਨੇ ਕੋਈ ਇਸ਼ਾਰਾ ਕੀਤਾ ਦੂਜੀ ਮੱਛੀ ਤੱਕ ਗੱਲ ਪਹੁੰਚ ਜਾਂਦੀ ਹੈ। ਠੀਕ ਹੈ, ਖਾਸ ਤੌਰ ਤੇ ਵੇਲ ਮੱਛੀਆਂ ਤੇ ਡॉल्फिन ਮੱਛੀਆਂ। ਐਂਪਲੀਟਿਊਡ ਐਂਡ ਫ੍ਰੀਕੁਐਂਸੀ ਆਰ ਟੂ ਇੰਪੋਰਟੈਂਟ ਪ੍ਰੋਪਰਟੀਜ਼ ਆਫ ਸਾਊਂਡ, ਜੋ ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ। ਐਂਪਲੀਟਿਊਡ ਕੀ ਹੈ, ਫ੍ਰੀਕੁਐਂਸੀ ਕੀ ਹੈ, ਤੇ ਕਹਿੰਦੇ ਸਾਊਂਡ ਦੀਆਂ ਇਹ ਦੋ ਜਿਹੜੀ ਚੀਜ਼ਾਂ ਨੇ ਐਂਪਲੀਟਿਊਡ ਐਂਡ ਫ੍ਰੀਕੁਐਂਸੀ, ਦੇ ਆਰ ਵੈਰੀ ਇੰਪੋਰਟੈਂਟ ਪ੍ਰੋਪਰਟੀਜ਼। ਠੀਕ ਹੈ, ਅੱਗੇ ਚਲੀਏ। ਓਕੇ, ਹੁਣ ਆ ਗਿਆ ਬੱਚੋ ਲੇਰਿੰਗਸ। ਇਹਨੂੰ ਕਿਹਾ ਜਾਂਦਾ ਹੈ ਵਾਇਸ ਬਾਕਸ। ਜੋ ਸਾਡੇ ਟਰੈਕੀਆ, ਜੋ ਸਾਡਾ ਵਿੰਡ ਪਾਈਪ ਹੈ, ਇਹਦੇ ਉੱਪਰ ਗਲੇ ਦੇ ਅੰਦਰ ਜਾ ਕੇ ਇਹ ਵਾਇਸ ਬਾਕਸ ਬਣਿਆ ਹੁੰਦਾ ਹੈ। ਇਹ ਤੁਸੀਂ ਆਪਣੀ ਜਿਹੜੀ ਤੁਹਾਡੀ ਬੁੱਕ ਹੈ ਉਹ 'ਚ ਦੇਖੋ, ਡਾਇਗਰਾਮ ਬਣਿਆ ਹੋਇਆ। ਇੱਕ ਡਾਇਗਰਾਮ ਮੈਂ ਤੁਹਾਡੀ ਕਿਤਾਬ 'ਚ ਫੋਟੋ ਖਿੱਚ ਕੇ ਇੱਥੇ ਵੀ ਪਾਇਆ ਤੁਹਾਨੂੰ ਸਮਝਾਉਣ ਲਈ। ਠੀਕ ਹੈ, ਸੋ ਲੇਰਿੰਗਸ ਨੂੰ ਮੈਡੀਕਲ ਟਰਮ ਵਿੱਚ, ਡਾਕਟਰੀ ਭਾਸ਼ਾ ਵਿੱਚ ਕਿਹਾ ਜਾਂਦਾ ਲੇਰਿੰਗਸ, ਤੇ ਆਮ ਬੋਲੀ ਵਿੱਚ ਕਿਹਾ ਜਾਂਦਾ ਵਾਇਸ ਬਾਕਸ, ਅਰਥਾਤ ਆਵਾਜ਼ ਦਾ ਡੱਬਾ। ਇਨ ਹਿਊਮਨਸ, ਮਨੁੱਖਾਂ ਵਿੱਚ, ਦੀ ਸਾਊਂਡ ਇਜ਼ ਪ੍ਰੋਡਿਊਸਡ ਬਾਈ ਦੀ ਵਾਇਸ ਬਾਕਸ ਔਰ ਦੀ ਲੇਰਿੰਗਸ। ਵਾਇਸ ਬਾਕਸ ਕਰਕੇ ਜਿਹੜੀ ਆਵਾਜ਼ ਸਾਡੀ ਨਿਕਲਦੀ ਹੈ। ਇਟ ਇਜ਼ ਲੋਕੇਟਿਡ ਐਟ ਦੀ ਅਪਰ ਐਂਡ ਆਫ ਦੀ ਵਿੰਡ ਪਾਈਪ। ਵਿੰਡ ਪਾਈਪ ਨੂੰ ਕਿਹਾ ਜਾਂਦਾ ਹੈ ਡਾਕਟਰੀ ਭਾਸ਼ਾ ਵਿੱਚ ਟਰੈਕੀਆ, TRACHEA, ਵਿੰਡ ਪਾਈਪ, ਟਰੈਕੀਆ। ਟੂ ਵੋਕਲ ਕਾਰਡਸ, ਵੋਕਲ ਮੈਨੇ ਆਵਾਜ਼ ਨਾਲ ਜੁੜੇ ਹੋਏ, ਕਾਰਡਸ ਮੈਨੇ ਧਾਗੇ ਜੇ, ਸਟ੍ਰਿੰਗ ਜਿੱਦਾਂ ਧਾਗਾ ਹੈ ਨਾ, ਇਹ ਵਾਈਬ੍ਰੇਟ ਕਰਦੇ ਨੇ, ਆਰ ਸਟ੍ਰੈਚਡ ਅਕ੍ਰੋਸ ਦੀ ਵਾਇਸ ਬਾਕਸ ਔਰ ਲੇਰਿੰਗਸ, leaving a narrow slit between them for the passage of air. ਠੀਕ ਹੈ, when air is forced by the lungs, ਜਦੋਂ ਹਵਾ ਸਾਡੇ ਫੇਫੜਿਆਂ ਵਿੱਚੋਂ ਬਾਹਰ ਅਸੀਂ ਸੁੱਟਦੇ ਹਾਂ ਥਰੂ ਦੈਟ ਸਲਿਟ, ਸਲਿਟ ਮੈਨੇ ਝਰੀ, ਦੋ ਵੋਕਲ ਕਾਰਡਸ ਦੇ ਵਿੱਚ ਝਰੀ ਹੁੰਦੀ ਹੈ ਜਿਹਦੇ ਅਸੀਂ ਸੀਟੀ ਵਜਾਉਂਦੇ ਹਾਂ ਉੱਦਾਂ। ਠੀਕ ਹੈ, ਦੀ ਵੋਕਲ ਕਾਰਡਸ ਵਾਈਬਰੇਟ, ਵੋਕਲ ਕਾਰਡਸ ਜਿਹੜੀਆਂ ਉਹ ਵਾਈਬਰੇਟ ਕਰਦੀਆਂ ਜਿੱਦਾਂ ਉਹ ਸਟ੍ਰਿੰਗ ਮੈਂ ਦਿਖਾਇਆ, ਤਾਰ ਜਿਹੜੀ ਵਾਈਬਰੇਟ ਕਰਦੀ ਹੈ, ਤੇ ਇਸੇ ਤਰ੍ਹਾਂ ਵੋਕਲ ਕਾਰਡਸ ਦੇ ਵਾਈਬਰੇਟ ਪ੍ਰੋਡਿਊਸਿੰਗ ਸਾਊਂਡ, ਆਵਾਜ਼ ਨਿਕਲਦੀ ਹੈ। ਇਹ ਦੇਖੋ, ਇਹ ਬੱਚੇ ਹੈਗਾ ਵਾਇਸ ਬਾਕਸ ਸਾਡਾ ਗਲੇ ਦੇ ਅੰਦਰ ਦਾ, ਤੇ ਇਹ ਜਿਹੜੀਆਂ ਦੋ ਹੈਗੀਆਂ, ਇਹ ਦੇਖੋ ਇਹ ਲੰਬੀਆਂ ਹੈਗੀਆਂ ਵੋਕਲ ਕਾਰਡਸ, ਇਹ ਜਿੱਦਾਂ ਖਿੱਚੀਆਂ ਹੋਈਆਂ, ਇਹ ਦੇਖੋ ਵੋਕਲ ਕਾਰਡਸ ਖਿੱਚੀਆਂ ਹੋਈਆਂ, ਤੇ ਇਹ ਜਿਹੜੇ ਅਸੀਂ ਬੋਲਦੇ ਹਾਂ ਇਹਦੇ ਥੱਲੇੋਂ ਦੀ ਸਾਡੇ ਇਹ ਵਿੰਡ ਪਾਈਪ ਹੈ ਥੱਲੇ ਜਾ ਰਿਹਾ, ਜਿਹੜਾ ਖਾਲੀ ਥਾਂ ਹੈ ਨਾ, ਇਹ ਸਾਡੇ ਗਲੇ ਵਿੱਚ ਥੱਲੇ ਫੇਫੜਿਆਂ ਵਿੱਚ ਜਾ ਰਿਹਾ, ਤੇ ਜਿਹੜੇ ਹਵਾ ਬਾਹਰ ਆਉਂਦੀ ਹੈ ਝਰੀ ਚੋਂ, ਇਹ ਝਰੀ ਚੋਂ ਨਿਕਲਦੀ ਹੈ ਆਵਾਜ਼, ਹਵਾ ਬਾਹਰ ਆਉਂਦੀ ਹੈ ਤੇ ਇਹ ਵਾਈਬਰੇਟ ਕਰਦੀਆਂ, ਇਹ ਦੋਨੋਂ ਵਾਈਬਰੇਟ ਕਰਦੀਆਂ ਤੇ ਉਹਦੇ ਨਾਲ ਆਵਾਜ਼ ਪੈਦਾ ਹੁੰਦੀ ਹੈ। ਠੀਕ ਹੈ, ਇਹਨੂੰ ਕਿਹਾ ਜਾਂਦਾ ਵੋਕਲ ਕਾਰਡਸ। ਆਓ ਦੇਖੀਏ, ਕਹਿੰਦੇ ਮਸਲਸ ਅਟੈਚਡ ਟੂ ਦੀ ਵੋਕਲ ਕਾਰਡਸ ਕੈਨ ਮੇਕ ਦੀ ਕਾਰਡਸ ਟਾਈਟ ਔਰ ਲੂਜ਼। ਇਹ ਵੋਕਲ ਕਾਰਡਸ ਹੈਗੀਆਂ, ਇਹਨਾਂ ਨਾਲ ਪੱਠੇ ਹੈਗੇ ਨੇ, ਮਸਲਸ ਜੁੜੀਆਂ ਹੋਈਆਂ, ਉਹ ਮਸਲਸ ਦੇ ਨਾਲ ਇਹ ਕਾਰਡਸ ਜਿਹੜੀਆਂ ਨੇ ਵੋਕਲ ਕਾਰਡਸ, ਇਹਨਾਂ ਨੂੰ ਟਾਈਟ ਵੀ ਕੀਤਾ ਜਾ ਸਕਦਾ, ਲੂਜ਼ ਵੀ ਕੀਤਾ ਜਾ ਸਕਦਾ। ਸਾਨੂੰ ਨਜ਼ਰ ਨਹੀਂ ਆਉਂਦਾ, ਪਰ ਇਹ ਪਰਮਾਤਮਾ ਨੇ, ਕੁਦਰਤ ਨੇ, ਵਾਹਿਗੁਰੂ ਨੇ ਸਾਡੀ ਰਚਨਾ ਇੱਦਾਂ ਬਣਾਈ ਹੈ, ਆਪਣਾ ਸਿਸਟਮ ਚੱਲਦਾ। ਵੈਨ ਦੀ ਵੋਕਲ ਕਾਰਡਸ ਆਰ ਟਾਈਟ ਐਂਡ ਥਿਨ, ਉਹ ਜਿਹੜੇ ਖਿੱਚੀਆਂ ਜਾਂਦੀਆਂ ਟਾਈਟ ਹੁੰਦੀਆਂ ਤੇ ਪਤਲੀਆਂ ਹੋ ਜਾਂਦੀਆਂ। ਦੀ ਟਾਈਪ ਔਰ ਕੁਆਲਿਟੀ ਆਫ ਵਾਇਸ ਇਜ਼ ਡਿਫਰੈਂਟ ਫਰੋਮ ਦੈਟ ਵੈਨ ਦੇ ਆਰ ਲੂਜ਼ ਐਂਡ ਥਿਕ। ਜਦੋਂ ਥੋੜ੍ਹਾ ਢਿੱਲੀਆਂ ਪੈ ਜਾਂਦੀਆਂ ਫਿਰ ਮੋਟੀਆਂ ਹੋ ਜਾਂਦੀਆਂ, ਫਿਰ ਆਵਾਜ਼ ਹੋਰ ਤਰ੍ਹਾਂ ਆਉਂਦੀ ਹੈ। ਠੀਕ ਹੈ, ਦੀ ਵੋਕਲ ਕਾਰਡਸ ਇਨ ਮੈਨ, ਜਿਹੜੇ ਬੰਦੇ ਨੇ, ਬੰਦੇ ਅਬਾਊਟ 20 ਮਿਲੀਮੀਟਰ ਲੌਂਗ, ਉਹਨਾਂ 'ਚ ਥੋੜ੍ਹੀ ਲੰਬੀਆਂ ਹੁੰਦੀਆਂ। ਇਨ ਵੂਮਨ ਦੀਜ਼ ਆਰ ਅਬਾਊਟ 15 ਮਿਲੀਮੀਟਰ ਲੌਂਗ, ਜਨਾਨੀਆਂ ਵਿੱਚ, ਤੀਵੀਆਂ ਵਿੱਚ, ਔਰਤਾਂ ਵਿੱਚ ਇਹ 15 ਮਿਲੀਮੀਟਰ 1.5 ਸੈਂਟੀਮੀਟਰ ਲੰਬੀ ਹੁੰਦੀ ਹੈ, ਤੇ ਬੰਦਿਆਂ ਵਿੱਚ, ਆਦਮੀਆਂ ਵਿੱਚ ਹੈ 2 ਸੈਂਟੀਮੀਟਰ ਲੰਬੀ ਹੁੰਦੀ ਹੈ, 20 ਮਿਲੀਮੀਟਰ। ਠੀਕ ਹੈ, ਚਿਲਡਰਨ ਹੈ ਵੈਰੀ ਸ਼ਾਰਟ ਵੋਕਲ ਕਾਰਡਸ, ਜਿਹੜੇ ਬੱਚੇ ਨੇ ਉਹਨਾਂ ਦੀ ਹੋਰ ਛੋਟੀ ਹੁੰਦੀ ਹੈ, ਜਿਵੇਂ ਜਿਵੇਂ ਵੱਡੇ ਹੁੰਦੇ ਨੇ ਉਹ ਵੋਕਲ ਕਾਰਡਸ ਵੀ ਵੱਡੀ ਹੋ ਜਾਂਦੀ ਹੈ। ਦਿਸ ਇਜ਼ ਦੀ ਰੀਜ਼ਨ ਵਾਈ ਦੀ ਵੋਇਸਿਸ ਆਫ ਮੈਨ, ਵੂਮਨ ਐਂਡ ਚਿਲਡਰਨ ਆਰ ਡਿਫਰੈਂਟ। ਸਿੰਪਲ ਜੀ ਗੱਲ ਹੈ ਬੱਚੇ, ਦੇਖੋ ਹੁਣ ਇੱਕ ਲਾਈਨ ਦਾ ਸਵਾਲ ਆ ਸਕਦਾ ਹੈ, ਵਾਈ ਦੀ ਵੋਇਸਿਸ ਆਫ ਮੈਨ, ਵੂਮਨ ਐਂਡ ਚਿਲਡਰਨ ਆਰ ਡਿਫਰੈਂਟ, ਤੇ ਅਸੀਂ ਜਵਾਬ ਕੀ ਦੇਵਾਂਗੇ ਇੱਕ ਲਾਈਨ 'ਚ, ਦੀ ਵੋਇਸਿਸ ਆਫ ਮੈਨ, ਵੂਮਨ ਐਂਡ children are different because men, women and children have different lengths of vocal cords. बस simple, so simple है ना। ਸਾਨੂੰ ਕਾਰਨ ਪਤਾ ਲੱਗ ਗਿਆ ਵੀ ਆਵਾਜ਼ਾਂ ਕਿਉਂ ਵੱਖਰੀਆਂ ਵੱਖਰੀਆਂ ਨੇ, ਕਿਉਂਕਿ ਵੋਕਲ ਕਾਰਡਸ ਦੀ ਲੰਬਾਈ ਸਾਰਿਆਂ ਦੀ ਵੱਖ-ਵੱਖ ਹੁੰਦੀ ਹੈ। ਆਦਮੀਆਂ ਦੀ 20 ਮਿਲੀਮੀਟਰ ਔਸਤਨ ਤੌਰ ਤੇ, ਔਰਤਾਂ ਦੀ 15 ਮਿਲੀਮੀਟਰ ਤੇ ਬੱਚਿਆਂ ਦੀ ਹੋਰ ਵੀ ਘੱਟ ਹੁੰਦੀ ਹੈ। ਠੀਕ ਹੈ, ਇਸ ਕਰਕੇ ਜੇ ਕਾਰਡ ਦੀ ਲੰਬਾਈ ਚੇਂਜ ਹੋ ਜਾਏਗੀ ਤੇ ਵੌਇਸ ਵੀ ਚੇਂਜ ਹੋ ਜਾਏਗੀ। ਅੱਗੇ ਚਲੀਏ, ਹੁਣ ਆ ਗਿਆ ਬੱਚੋ ਈਅਰ ਡਰਮ, ਕੰਨ। ਠੀਕ ਹੈ,
ਆਵਾਜ਼ ਜਿਹੜੇ ਬੋਲਦੇ ਆ ਉਹ ਵੌਇਸ ਬਾਕਸ ਰਾਹੀਂ ਬੋਲੀ ਜਾਂਦੀ ਹੈ ਤੇ ਸੁਣਦੇ ਕਿੱਦਾਂ, ਉਹ ਕੰਨਾਂ ਰਾਹੀਂ ਸੁਣੀ ਜਾਂਦੀ ਹੈ। ਦੀ ਮੈਂਬਰੇਨ ਆਫ ਦੀ ਈਅਰ, ਮੈਂਬਰ ਹੁੰਦੀ ਝਿੱਲੀ, ਠੀਕ ਹੈ, ਆਫ ਦਾ ਈਅਰ ਦੈਟ ਵਾਈਬਰੇਟਸ ਇਨ ਰਿਸਪੌਂਸ ਟੂ ਸਾਊਂਡ ਵੇਵਸ ਇਜ਼ ਕਾਲਡ ਈਅਰ ਡਰਮ। ਸਾਡੇ ਕੰਨ ਦੇ ਅੰਦਰ ਬੱਚਿਓ ਇੱਕ ਤੇ ਪਹਿਲੇ ਗਲੀ ਜੀ ਬਣੀ ਹੋਈ ਹੈ, ਜੇ ਸਾਨੂੰ ਕੰਨ ਵਿੱਚ ਕਦੀ ਕੁਝ ਮਾਰਨਾ ਨਹੀਂ ਚਾਹੀਦਾ, ਕੋਈ ਪੈਨਸਲ ਮਾਰਦੇ ਨੇ ਬੱਚੇ, ਪੈਨ ਮਾਰਦੇ ਨੇ, ਉਹਨੂੰ ਕੰਨ ਦਾ ਪਰਦਾ ਫਟ ਸਕਦਾ। ਇਹ ਈਅਰ ਡਰਮ ਜਿਹੜਾ ਹੁੰਦਾ ਬੱਚਿਓ, ਇਹਨੂੰ ਕਿਹਾ ਜਾਂਦਾ ਕੰਨ ਦਾ ਪਰਦਾ। ਸਾਡੇ ਅੱਗੇ ਜਾ ਕੇ ਇੱਕ ਪਰਦਾ ਹੈਗਾ, ਠੀਕ ਹੈ, ਉਹ ਪਰਦਾ ਜਿਹੜੇ ਆਵਾਜ਼ ਜਾਂਦੀ ਹੈ ਤੇ ਵੋਕਲ ਕੋਰਡਸ ਵਾਈਬਰੇਟ ਹੋਈਆਂ, ਉਹਨਾਂ ਨੇ ਆਵਾਜ਼ ਪੈਦਾ ਕੀਤੀ। ਇਹ ਆਵਾਜ਼ ਜਿਹੜੇ ਕਿਰਨਾਂ ਗਈਆਂ, ਤਰੰਗਾਂ ਬਣ ਕੇ ਆਈਆਂ, ਸਾਡੇ ਕੰਨ ਵਿੱਚ ਵੜੀਆਂ, ਤੇ ਇਹ ਤਰੰਗਾਂ ਨੇ ਫਿਰ ਕੀ ਕੀਤਾ, ਈਅਰ ਡਰਮ ਨੂੰ, ਕੰਨ ਦੇ ਪਰਦੇ ਨੂੰ ਵਾਈਬਰੇਟ ਕੀਤਾ। ਇਹ ਜਿਹੜਾ ਕੰਨ ਦਾ ਪਰਦਾ ਹੈ ਬੱਚਿਓ, ਸਾਡੇ ਅੰਦਰ ਨਰਵ ਸੈਲਸ ਹੈਗੇ ਨੇ, ਬਿਜਲੀ ਦੀ ਤਾਰਾਂ ਨੇ, ਉਹਨਾਂ ਨੂੰ ਉਹ ਜਿਹੜੀ ਵਾਈਬ੍ਰੇਸ਼ਨ ਹੋਈਆਂ ਉਹਦੇ ਨਾਲ ਫਿਰ ਉਹ ਬਿਜਲੀ ਦਾ ਕਰੰਟ ਬਣਿਆ। ਉਹ ਕਰੰਟ ਸਾਡੇ ਬ੍ਰੇਨ ਵਿੱਚ ਗਿਆ, ਬ੍ਰੇਨ ਨੇ ਪ੍ਰੋਸੈਸਿੰਗ ਕੀਤੀ, ਤੇ ਬ੍ਰੇਨ ਨੇ ਪ੍ਰੋਸੈਸਿੰਗ ਕੀਤੀ ਤੇ ਪਤਾ ਲੱਗਿਆ ਵੀ ਇਹ ਕਿਹੜੀ ਆਵਾਜ਼ ਹੈ, ਇਹ ਕਿਹੜੀ ਗੱਲ ਕੀਤੀ ਗਈ ਹੈ, ਕੀ ਬੋਲਿਆ ਗਿਆ। ਇਹ ਚਿੜੀ ਦੀ ਆਵਾਜ਼ ਹੈ, ਮੇਰੇ ਦੋਸਤ ਦੀ ਆਵਾਜ਼ ਹੈ, ਮੇਰੀ ਮੰਮੀ ਦੀ ਆਵਾਜ਼ ਹੈ, ਸਭ ਇੱਕੋ ਦਮ ਬ੍ਰੇਨ ਇੱਕੋ ਦਮ ਪਛਾਣ ਲੈਂਦਾ ਸੁਣ ਕੇ, ਠੀਕ ਹੈ। ਸੋ ਇਹ ਦੇਖੋ ਪਰਮਾਤਮਾ ਨੇ ਕਿੰਨੀ ਕਮਾਲ ਦੀ ਰਚਨਾ ਸਾਡੀ ਰਚੀ ਹੈ, ਠੀਕ ਹੈ। ਸੋ ਦੀ ਸ਼ੇਪ ਆਫ ਦੀ ਆਊਟਰ ਪਾਰਟ ਆਫ ਦਾ ਈਅਰ ਇਜ਼ ਲਾਈਕ ਅ ਫਨਲ, ਜਿੱਦਾਂ ਫਨਲ ਦੀ ਕੁੱਪੀ ਹੁੰਦੀ ਹੈ, ਬਾਹਰੋਂ ਜਿਹੜਾ ਕੰਨ ਹੈ ਸਾਡਾ ਖੁੱਲ੍ਹਾ ਤੇ ਅੰਦਰ ਜਾ ਕੇ ਟਾਈਟ ਹੋ ਜਾਂਦਾ, ਠੀਕ ਹੈ। ਔਨ ਐਂਟਰਿੰਗ ਦਾ ਈਅਰ, ਕੰਨ ਵਿੱਚ ਐਂਟਰ ਕਰਨ ਵੇਲੇ ਸਾਊਂਡ ਟਰੈਵਲਸ ਡਾਊਨ, ਮਤਲਬ ਕਿ ਕੈਨਾਲ, ਕੈਨਾਲ ਬੰਦੇ ਹੁੰਦੀ ਹੈ ਬੱਚੀ, ਉਹ ਨਹਿਰ ਹੁੰਦੀ ਹੈ। ਕੈਨਾਲ ਦਾ ਮਤਲਬ ਹੁੰਦਾ ਨਹਿਰ, ਜਿੱਦਾਂ ਇੱਕ ਗਲੀ ਜੀ ਬਣੀ ਹੈ, ਨਹਿਰ ਬਣੀ ਹੋਈ ਹੈ, ਉਹ 'ਚ ਕਿਰਨਾਂ ਗਈਆਂ, ਸਾਊਂਡ ਦੀ ਤਰੰਗ ਗਈ ਅੰਦਰ। ਐਟ ਦੀ ਐਂਡ ਆਫ ਵਿਚ ਦੇਰ ਇਜ਼ ਅ ਥਿਨ ਸਟ੍ਰੈਚਡ ਮੈਂਬਰੇਨ, ਪਤਲੀ ਖਿੱਚੀ ਹੋਈ ਮੈਂਬਰੇਨ, ਪਰਤ, ਜਿਹਨੂੰ ਕਿਹਾ ਜਾਂਦਾ ਹੈ ਕੰਨ ਦਾ ਪਰਦਾ, ਈਅਰ ਡਰਮ, ਠੀਕ ਹੈ। ਦੀ ਈਅਰ ਡਰਮ ਇਜ਼ ਲਾਈਕ ਅ ਸਟ੍ਰੈਚਡ ਰਬਰ ਸ਼ੀਟ, ਜਿਵੇਂ ਬਿਲਕੁਲ ਬੜੀ ਇਲਾਸਟਿਕ ਲਚਕਦਾਰ ਸ਼ੀਟ ਹੈ, ਖਿੱਚ ਕੇ ਫਿਟ ਕੀਤੀ ਹੋਈ ਹੈ ਅਕਾਲ ਪੁਰਖ ਨੇ, ਠੀਕ ਹੈ। ਸਾਊਂਡ ਵਾਈਬ੍ਰੇਸ਼ਨਸ ਮੇਕ ਦੀ ਈਅਰ ਡਰਮ ਵਾਈਬਰੇਟ, ਜਦੋਂ ਤਰੰਗਾਂ ਉੱਥੇ ਜਾ ਕੇ ਅੰਦਰ ਵੱਜਦੀਆਂ ਤੇ ਇਹ ਜਿਹੜੀ ਪਰਦਾ ਹੈ ਇਹ ਵਾਈਬਰੇਟ ਕਰਦਾ ਹੈ। ਦੀ ਈਅਰ ਡਰਮ ਸੈਂਡਸ ਵਾਈਬ੍ਰੇਸ਼ਨਸ ਟੂ ਦੀ ਇਨਰ ਈਅਰ, ਕੰਨ ਦੇ ਪਿਛਲੇ ਪਾਸੇ, ਪਰਦੇ ਦੇ ਅੰਦਰ ਵੀ ਕੰਨ ਹੈਗਾ, ਉਹਨੂੰ ਅਸੀਂ ਇਨਰ ਈਅਰ ਕਹਿੰਦੇ ਹਾਂ, ਅੰਦਰਲਾ ਕੰਨ। ਫਰੋਮ ਦੇਅਰ ਦੀ ਸਿਗਨਲ ਗੋਜ਼ ਟੂ ਦੀ ਬ੍ਰੇਨ, ਦਿਸ ਇਜ਼ ਹਾਊ ਵੀ ਹੀਅਰ। ਹੁਣ ਇਹ ਸਵਾਲ ਆ ਸਕਦਾ ਹੈ, ਰਾਈਟ ਅ ਸਮॉल ਪੈਰਾਗ੍ਰਾਫ ਔਨ ਹਾਊ ਡੂ ਵੀ ਹੀਅਰ ਔਰ ਹਾਊ ਡਜ਼ ਐਨ ਈਅਰ ਡਰਮ ਵਰਕ, ਤੇ ਇੱਦਾਂ ਜਵਾਬ ਆਏਗਾ ਬੱਚਿਓ, ਠੀਕ ਹੈ। ਸਾਡਾ ਆਊਟਰ ਈਅਰ ਹੈਗਾ ਵਿਚ ਇਜ਼ ਲਾਈਕ ਅ ਫਨਲ, ਇਨਸਾਈਡ ਦੀ ਦੇਰ ਇਜ਼ ਅ ਕੈਨਾਲ, ਅੱਗੇ ਕੈਨਾਲ ਦੇ ਐਂਡ ਵਿੱਚ ਇੱਕ ਈਅਰ ਡਰਮ ਹੈਗਾ ਵਿਚ ਇਜ਼ ਲਾਈਕ ਅ ਸਟ੍ਰੈਚਡ ਮੈਂਬਰੇਨ। ਵੈਨ ਦੀ ਸਾਊਂਡ ਵੇਵਸ ਐਂਟਰ ਦੀ ਕੈਨਾਲ, they strike the eardrum, eardrum starts vibrating in response to the sound received. These vibrations are sent to the inner ear, ठीक है, from the inner ear these vibrations, the signals are then transmitted to brain and brain thus processes, and this is how we hear, ठीक है। आगे चलिए, hearing impairment, impairment ਹੁੰਦਾ ਬੱਚਿਓ ਅੜਚਨ, ਮਤਲਬ ਕਿ ਕਿਸੇ ਚੀਜ਼ ਦਾ ਆਪਣੀ ਪੂਰੀ शिखर ਤੇ ਕੰਮ ਨਾ ਕਰਨਾ। ਹੁਣ ਜਦੋਂ ਸੁਣਨਾ ਬੰਦ ਹੋ ਜਾਂਦਾ, ਲੋਕਾਂ ਨੂੰ ਸੁਣਨਾ ਘਟ ਜਾਂਦਾ, ਉਹਨੂੰ ਕਹਿੰਦੇ ਨੇ ਹੀਅਰਿੰਗ ਇੰਪੇਅਰਮੈਂਟ, ਅਰਥਾਤ ਸੁਣਨ ਦੀ ਸ਼ਕਤੀ ਵਿੱਚ ਮਤਲਬ ਕਿ ਗਿਰਾਵਟ, ਇੰਪੇਅਰਮੈਂਟ, ਸੁਣਨ ਸ਼ਕਤੀ ਘਟ ਜਾਣਾ, ਉਹਨੂੰ ਕਿਹਾ ਜਾਂਦਾ ਹੀਅਰਿੰਗ ਇੰਪੇਅਰਮੈਂਟ। ਟੋਟਲ ਹੀਅਰਿੰਗ ਇੰਪੇਅਰਮੈਂਟ ਇਜ਼ ਅ ਰੇਅਰ ਕੰਡੀਸ਼ਨ, ਬਿਲਕੁਲ ਕੰਨਾਂ ਤੋਂ ਬੋਲਾ ਹੋਣਾ ਇਹ ਬੜੀ ਦੁਰਲਭ ਕੰਡੀਸ਼ਨ ਹੈ, ਆਮ ਨਹੀਂ ਹੁੰਦੀ। ਕੋਈ ਸੈਂਕੜਿਆਂ ਹਜ਼ਾਰਾਂ ਲੱਖਾਂ ਪਿੱਛੇ ਕੁਛ ਬੱਚੇ ਜਾਨਵਰ ਮਤਲਬ ਕੋਈ ਇਨਸਾਨ ਹੁੰਦੇ ਨੇ ਜਿਨ੍ਹਾਂ ਨੂੰ ਕਹਿੰਦੇ ਵੀ ਇਹ ਜਨਮ ਤੋਂ ਜਮਾਂਦਰੂ ਕੰਨਾਂ ਤੋਂ ਬੋਲਾ ਹੈ। ਗੁਰਬਾਣੀ 'ਚ ਹੁੰਦਾ ਨਾ, ਕਹਾਂ ਬੁਝਾਰਤ ਬੂਝੈ ਡੋਰਾ, ਨਿਸਕਈਏ ਤੋਂ ਸਮਝੈ ਭੋਰਾ, ਹੈ ਨਾ। ਮਤਲਬ ਡੋਰਾ ਮਨੇ ਜਿਹਨੂੰ ਸੁਣਦਾ ਨਹੀਂ, ਉਹਨੂੰ ਨਿਸ ਕਹੋ, ਰਾਤ ਕਹੋ ਤੇ ਉਹ ਸੁਣਦਾ ਭੋਰਾ, ਮਤਲਬ ਸਵੇਰ ਹੋ ਗਈ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ, ਠੀਕ ਹੈ। ਸੋ ਟੋਟਲ ਹੀਅਰਿੰਗ ਇੰਪੇਅਰਮੈਂਟ ਇਜ਼ ਅ ਰੇਅਰ ਕੰਡੀਸ਼ਨ। ਰੇਅਰ ਮਨੇ ਰੇਅਰ ਕੰਡੀਸ਼ਨ ਬੜੀ ਦੁਰਲਭ, ਬੜੀ ਆਮ ਨਹੀਂ ਹੈਗੀ, ਸ਼ੁਕਰ ਹੈ ਰੱਬ ਦਾ, ਆਮ ਨਹੀਂ ਹੁੰਦੀ। ਐਂਡ ਇਜ਼ ਯੂਜ਼ੂਅਲੀ ਫਰੋਮ ਬਰਥ ਇਟਸੈਲਫ, ਜੇ ਹੁੰਦੀ ਵੀ ਹੈ ਤਾਂ ਜਨਮ ਤੋਂ ਹੁੰਦੀ ਹੈ, ਠੀਕ ਹੈ। ਪਾਰਸ਼ੀਅਲ ਡਿਸੇਬਿਲਿਟੀ, ਪਾਰਸ਼ੀਅਲ ਮਨੇ ਮਤਲਬ ਕਿ ਅੰਸ਼ਿਕ, ਮਤਲਬ ਕਿ ਸੁਣਦਾ ਤਾਂ ਹੈ ਪਰ ਪੂਰਾ ਨਹੀਂ ਸੁਣਦਾ, ਘੱਟ ਸੁਣਦਾ ਹੈ, ਉਹਨੂੰ ਕਹਿੰਦੇ ਪਾਰਸ਼ੀਅਲ ਡਿਸੇਬਿਲਿਟੀ, ਅੰਸ਼ਿਕ ਜਿਹੜੀ ਅਸਮਰੱਥਾ ਹੈ ਸੁਣਨ ਦੀ। ਇਟ ਰਿਜ਼ਲਟਸ ਫਰੋਮ ਅ ਡਿਜ਼ੀਜ਼, ਜਾਂ ਕੋਈ ਬਿਮਾਰੀ ਹੋ ਸਕਦੀ ਹੈ, ਇਨਫੈਕਸ਼ਨ ਹੋ ਸਕਦਾ ਹੈ, ਇੰਜਰੀ, ਕੋਈ ਸੱਟ ਲੱਗ ਸਕਦੀ ਹੈ ਜਿੰਨਾ ਕੰਨ ਦਾ ਪਰਦਾ ਡੈਮੇਜ ਹੋ ਜਾਏ, ਔਰ ਏਜਿੰਗ। ਅਤੇ ਜਿਵੇਂ ਅਸੀਂ ਬੱਚਿਓ ਵੱਡੇ ਹੁੰਦੇ ਹਾਂ, ਸਾਡੇ ਸਰੀਰ ਦੇ ਸਾਰੇ ਅੰਗ ਵੱਡੇ ਹੁੰਦੇ ਨੇ, ਵਾਲ ਚਿੱਟੇ ਹੁੰਦੇ ਨੇ, ਚਮੜੀ ਦੀ ਲਚਕ ਚਲੀ ਜਾਂਦੀ ਹੈ, ਸਾਡੇ ਜਿਹੜੇ ਵਾਲ ਨੇ ਪਤਲੇ ਵੀ ਹੋ ਜਾਂਦੇ ਨੇ, ਵਿਰਲੇ ਵੀ ਹੋ ਜਾਂਦੇ ਨੇ, ਹੱਡੀਆਂ ਵੀ ਸੁੰਗੜ ਜਾਂਦੀਆਂ ਨੇ,
ਪੱਠੇ ਵੀ ਸੁੱਕਣ ਜਾਂਦੇ ਨੇ, ਅੱਖਾਂ ਦੀ ਰੋਸ਼ਨੀ ਵੀ ਘਟ ਜਾਂਦੀ ਹੈ। ਤੇ ਇਸੇ ਤਰ੍ਹਾਂ ਬੱਚਿਓ ਸਾਡੀ ਸੁਣਨ ਦੀ ਸ਼ਕਤੀ ਵੀ ਘਟਦੀ ਹੈ। ਹਰ ਚੀਜ਼ ਨੇ, ਸਾਡੇ ਸਰੀਰ ਦੇ ਹਰ ਅੰਗ ਨੇ ਬੁੱਢਾ ਹੋਣਾ ਹੈ। ਜੋ ਉਪਜੈ ਸੋ ਸਗਲ ਵਿਨਾਸ਼ ਹੈ, ਮਤਲਬ ਜੋ ਚੀਜ਼ ਪੈਦਾ ਹੋਈ ਹੈ ਉਹਨੇ ਵੱਡੇ ਹੋ ਕੇ ਖਤਮ ਹੋਣਾ ਹੀ ਹੋਣਾ ਹੈ। ਠੀਕ ਹੈ। ਸੋ ਇਸੇ ਤਰ੍ਹਾਂ ਜਿਵੇਂ ਸਾਡੀਆਂ ਅੱਖਾਂ ਦੀ ਰੋਸ਼ਨੀ ਘਟਦੀ ਹੈ, ਸਾਡੇ ਧੌਲੇ ਆ ਜਾਂਦੇ ਨੇ, ਸਾਡੀ ਤਾਕਤ ਘਟ ਜਾਂਦੀ ਹੈ, ਸਾਡੀ ਹਾਈਟ ਵੀ ਘਟ ਜਾਂਦੀ ਹੈ, ਸਾਡੀ ਹੱਡੀਆਂ ਵੀ ਘਿਸ ਜਾਂਦੀਆਂ, ਮਣਕਿਆਂ ਦੇ ਵਿੱਚ ਗੈਪ ਵੱਜ ਜਾਂਦਾ। ਸੋ ਇਹ ਸਾਰੀ ਚੀਜ਼ਾਂ ਇਹ ਕੁਦਰਤ ਦਾ ਇੱਕ ਨੇਮ ਹੈਗਾ। ਸੋ ਇਸੇ ਤਰ੍ਹਾਂ ਬੱਚੋ ਏਜਿੰਗ ਮੈਨੇ ਬੁਢਾਪੇ ਦੇ ਨਾਲ ਵੀ ਸਾਡੀ ਸੁਣਨ ਸ਼ਕਤੀ ਘਟਦੀ ਹੈ। ਫਿਰ ਅਗਲੀ ਗੱਲ ਕੀ ਹੈ, ਲੌਂਗ ਟਾਈਮ ਐਕਸਪੋਜਰ। ਜੇ ਲੰਮੇ ਸਮੇਂ ਲਈ ਤੁਸੀਂ ਰੌਲੇ ਵਿੱਚ ਰਹੋ, ਲੌਂਗ ਟਾਈਮ ਐਕਸਪੋਜਰ ਮੈਨੇ ਆਪਣੇ ਆਪ ਨੂੰ ਉਹਦੇ ਵੱਲ ਰੱਖੋ, ਮਤਲਬ ਕਿ ਰੌਲੇ ਵਿੱਚ ਰਹੋ। ਆਲਸੋ ਇੰਪੇਅਰਸ ਹੀਅਰਿੰਗ ਐਬਿਲਿਟੀ। ਬੜੇ ਬੰਦੇ ਜਿਹੜੇ ਏਅਰਪੋਰਟਾਂ 'ਤੇ ਕੰਮ ਕਰਦੇ ਨੇ ਛੇਤੀ ਬੋਲੇ ਹੋ ਜਾਂਦੇ ਨੇ, ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਨੇ ਛੇਤੀ ਬੋਲੇ ਹੋ ਜਾਂਦੇ ਨੇ। ਬਿਕੋਜ਼ ਸਪੀਚ ਡਿਵੈਲਪਸ ਐਜ਼ ਦੀ ਡਾਇਰੈਕਟ ਰਿਜ਼ਲਟ ਆਫ ਹੀਅਰਿੰਗ। ਕਿਉਂਕਿ ਸਾਡੀ ਸਪੀਚ ਜਿਹੜੀ ਹੈ, ਬੱਚਾ ਜਿਹੜਾ ਹੈ ਉਹ ਬੋਲਣਾ ਕਿੱਦਾਂ ਸਿੱਖਦਾ ਹੈ, ਸੁਣ ਕੇ ਸਿੱਖਦਾ ਹੈ। ਜਿਵੇਂ ਬੱਚਾ ਘਰ 'ਚ ਪੈਦਾ ਹੁੰਦਾ ਹੈ, ਉਹ ਘਰ ਦੇ ਮੈਂਬਰਾਂ ਨੂੰ ਬੋਲਦਿਆਂ ਨੂੰ ਸੁਣਦਾ ਹੈ। ਮਾਂ ਬੋਲਦੀ ਹੈ, ਵੱਡੀ ਭੈਣ ਬੋਲਦੀ ਹੈ, ਵੱਡਾ ਭਰਾ ਬੋਲਦਾ ਹੈ, ਪਿਤਾ ਬੋਲਦਾ ਹੈ, ਘਰ ਦੇ ਭੂਆ ਬੋਲਦੀ ਹੈ, ਰਿਸ਼ਤੇਦਾਰ ਬੋਲਦੇ ਨੇ। ਬੋਲ ਬੋਲ ਕੇ ਬੱਚਾ ਸਿੱਖਦਾ ਹੈ। ਤਾਂ ਹੀ ਤਾਂ ਕਿਹਾ ਕਿ ਜਿਹੜੀ ਮਾਂ ਬੋਲੀ ਹੈ ਇਹਦੀ ਥਾਂ ਕੋਈ ਹੋਰ ਬੋਲੀ ਨਹੀਂ ਲੈ ਸਕਦੀ। ਅਤੇ ਜਿਹੜੇ ਅਸੀਂ ਘਰਾਂ 'ਚ ਮਾਂ ਬੋਲੀ ਬੋਲਦੇ ਹਾਂ ਸਾਰੇ, ਬੱਚਾ ਕੋਈ ਸਕੂਲ 'ਤੇ ਗਿਆ ਨਹੀਂ ਹੁੰਦਾ ਹਾਲੇ, ਉਹ ਬੱਚਾ ਜਿਹੜਾ ਹੈ ਆਪਣੇ ਵੱਡੇ ਵਡੇਰਿਆਂ ਨੂੰ ਸੁਣ ਸੁਣ ਕੇ ਹੀ ਆਪਣੀ ਮਾਂ ਬੋਲੀ ਬੋਲਣੀ ਸਿੱਖ ਜਾਂਦਾ ਹੈ। ਅਤੇ ਉਹ ਵਿਆਕਰਣਕ ਤੌਰ 'ਤੇ ਵੀ ਬਿਲਕੁਲ ਠੀਕ ਬੋਲਣੀ ਸਿੱਖਦਾ। ਹਾਂ ਐਵੇਂ ਕਿ ਉਹਨੂੰ ਅੱਖਰਾਂ ਦੀ ਪਛਾਣ ਨਹੀਂ ਹੁੰਦੀ, ਉਹ ਸਕੂਲ ਜਾ ਕੇ ਫਿਰ ਊੜਾ ਐੜਾ ਸਿੱਖਦਾ। ਠੀਕ ਹੈ ਨਾ, ABC ਸਿੱਖਦਾ। ਸੋ ਇਸ ਕਰਕੇ ਬੱਚਿਓ ਜਿਹੜੀ ਸਪੀਚ ਅਸੀਂ ਕੀ ਬੋਲਦੇ ਹਾਂ, ਕਿੱਦਾਂ ਬੋਲਦੇ ਹਾਂ, ਸਾਨੂੰ ਸਾਰਿਆਂ ਨੂੰ ਮਾਂ ਬੋਲੀ ਆਪਣੀ ਨੂੰ ਪਹਿਲ ਦੇਣੀ ਚਾਹੀਦੀ ਹੈ ਆਪਣੇ ਘਰਾਂ ਵਿੱਚ। ਠੀਕ ਹੈ ਨਾ, ਮਾਂ ਬੋਲੀ ਨੂੰ ਬੋਲਣਾ ਚਾਹੀਦਾ। ਫਿਰ ਸਾਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ, ਚੰਗੀਆਂ ਗੱਲਾਂ ਬੋਲਣੀਆਂ ਚਾਹੀਦੀਆਂ। ਕੌੜਾ ਬੋਲਾਂਗੇ ਉਹ ਨਿਆਣਾ ਵੀ ਉਹਦੀ ਬੋਲਣਾ ਸਿੱਖ ਜਾਏਗਾ, ਗਾਲਾਂ ਕੱਢਾਂਗੇ ਨਿਆਣਾ ਵੀ ਉਹਦੀ ਬੋਲਣਾ ਸਿੱਖ ਜਾਏਗਾ। ਜੇ ਅਸੀਂ ਕੋਈ ਚੰਗੀਆਂ ਗੱਲਾਂ ਕਰਾਂਗੇ, ਸਿਆਣਪ ਦੀਆਂ ਗੱਲਾਂ ਕਰਾਂਗੇ, ਵਧੀਆ ਗੱਲਾਂ ਕਰਾਂਗੇ, ਅਤੇ ਬੱਚਾ ਵੀ ਸੁਣ ਸੁਣ ਕੇ ਸਿਆਣਾ ਬਣ ਜਾਏਗਾ। ਠੀਕ ਹੈ। ਸੋ ਐ ਸਪੀਚ ਡਿਵੈਲਪਸ ਐਜ਼ ਦੀ ਡਾਇਰੈਕਟ ਰਿਜ਼ਲਟ ਆਫ ਹੀਅਰਿੰਗ। ਸਾਡੀ ਬੋਲ ਬਾਣੀ ਜੋ ਅਸੀਂ ਸੁਣਦੇ ਹਾਂ ਉਹਦੇ ਆਧਾਰ 'ਤੇ ਹੀ ਵਿਕਸਿਤ ਹੁੰਦੀ ਹੈ। ਅ ਚਾਈਲਡ ਵਿਦ ਅ ਹੀਅਰਿੰਗ ਲਾਸ ਮੇ ਹੈਵ ਡਿਫੈਕਟਿਵ ਸਪੀਚ ਆਲਸੋ। ਇਸ ਕਰਕੇ ਜਿਹੜੇ ਬੱਚੇ ਨੂੰ ਠੀਕ ਤਰ੍ਹਾਂ ਨਹੀਂ ਸੁਣਦਾ, ਉਹ ਬੱਚਾ ਠੀਕ ਤਰ੍ਹਾਂ ਬੋਲ ਵੀ ਨਹੀਂ ਪਾਏਗਾ। ਐਸੇ ਦਾ ਸਿੱਧਾ ਸੰਬੰਧ ਹੈ ਇਹਦੇ ਨਾਲ। ਇਸੇ ਤਰ੍ਹਾਂ ਜਿਹੜਾ ਬੱਚਾ ਪੰਜਾਬੀ ਆਪਣੀ ਮਾਂ ਬੋਲੀ ਤੋਂ ਵਿਰਵਾ ਰਹਿ ਜਾਏਗਾ, ਉਹ ਬੱਚੇ ਦੀ ਗੁਰੂ ਦੇ ਨਾਲ, ਗੁਰਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਸਾਂਝ ਨਹੀਂ ਬਣ ਪਾਏਗੀ। ਕਿਉਂਕਿ ਜਿਹੜੀ ਗੁਰਬਾਣੀ ਹੈ ਉਹ ਤਾਂ ਗੁਰਮੁਖੀ ਵਿੱਚ ਲਿਖੀ ਹੋਈ ਹੈ। ਅਤੇ ਜੇ ਆਮ ਉਹ ਪੰਜਾਬੀ ਕੋਈ ਕਿਤਾਬ ਨਹੀਂ ਪੜ੍ਹ ਸਕਦਾ, ਪੰਜਾਬੀ ਦਾ ਚੁਟਕਲਾ ਨਹੀਂ ਪੜ੍ਹ ਸਕਦਾ, ਪੰਜਾਬੀ ਵਿੱਚ ਕੋਈ ਕਹਾਣੀ, ਕੋਈ ਕਵਿਤਾ ਨਹੀਂ ਪੜ੍ਹ ਸਕਦਾ, ਪੰਜਾਬੀ ਦੀ ਅਖਬਾਰ ਨਹੀਂ ਪੜ੍ਹ ਸਕਦਾ, ਅਤੇ ਫਿਰ ਗੁਰਬਾਣੀ ਕਿਵੇਂ ਪੜ੍ਹੇਗਾ? ਸਿੰਪਲ ਜੀ ਗੱਲ ਹੈਗੀ ਹੈ, ਸਿੰਪਲ ਲੌਜਿਕ ਹੈਗਾ। ਇਹ ਤਾਂ ਵਿਗਿਆਨ ਦਾ ਵੀ ਹੈ ਅਤੇ ਇਹਦਾ ਵੀ ਹੈਗਾ। ਅਤੇ ਗੁਰੂ ਸਾਹਿਬ ਨੇ ਤਾਂ ਗੁਰਬਾਣੀ 'ਚ 550 ਸਾਲ ਪਹਿਲੇ ਕਹਿ ਦਿੱਤਾ ਕਿ ਮਾਂ ਬੋਲੀ ਨੂੰ ਤਿਆਗਣਾ ਗੁਲਾਮੀ ਦੇ ਤੁੱਲ ਹੈਗਾ। ਗੁਰੂ ਸਾਹਿਬ ਨੇ ਗੁਰਬਾਣੀ 'ਚ, ਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ ਹੈ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਅਰਥਾਤ ਜਿਹੜੇ ਲੋਕ ਦੂਜੀ ਬੋਲੀਆਂ ਨੂੰ ਅਪਣਾਉਂਦੇ ਨੇ ਆਪਣੀ ਮਾਂ ਬੋਲੀ ਛੱਡ ਕੇ, ਉਹ ਅਸਲ ਵਿੱਚ ਗੁਲਾਮ ਨੇ। ਤਾਂ ਅਸੀਂ ਸਾਰਿਆਂ ਨੂੰ ਗੁਲਾਮ ਥੋੜ੍ਹੀ ਬਣਨਾ ਹੈਗਾ। ਅੰਗਰੇਜ਼ੀ ਹੁਣ ਸਿੱਖਦੇ ਰਹੇ ਹਾਂ, ਅੰਗਰੇਜ਼ੀ ਤਾਂ ਸਿਰਫ ਕੰਮ ਕਰਦੀ ਇਹ ਕਿਰਤ ਵਿਹਾਰ ਦੀ ਬੋਲੀ ਹੈ। ਇਹ ਸਾਡੇ ਕਲਚਰ ਦੀ ਬੋਲੀ ਨਹੀਂ ਹੈਗੀ। ਸਾਡਾ ਸਾਹਿਤ, ਸਾਡਾ ਕਲਚਰ, ਸਾਡਾ ਸੱਭਿਆਚਾਰ ਉਹ ਸਿਰਫ ਪੰਜਾਬੀ ਦੇ ਸਿਰ 'ਤੇ ਹੀ ਪ੍ਰਫੁੱਲਿਤ ਹੋ ਸਕਦਾ ਹੈ। ਠੀਕ ਹੈ ਨਾ। ਇਸ ਕਰਕੇ ਮੈਂ ਨਾਲ ਕਹੀ ਜਾ ਰਿਹਾ ਗੱਲਾਂ ਵੀ ਸਾਡਾ ਜਿੱਦਾਂ ਸਾਡਾ ਮਦਰਸ ਡੇ, ਫਾਦਰਸ ਡੇ, ਬਰਥਡੇ, ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਸਾਡਾ ਸੱਭਿਆਚਾਰ ਨਹੀਂ ਹੈਗਾ। ਸੋ ਅੰਗਰੇਜ਼ੀ ਤਾਂ ਸਿਰਫ ਇਹ ਵੀ ਕਿ ਇਕਨੋਮਿਕਸ ਪੜ੍ਹਨੀ ਹੈ, ਫਿਜ਼ਿਕਸ ਪੜ੍ਹਨੀ ਹੈ, ਕੈਮਿਸਟਰੀ ਪੜ੍ਹਨੀ ਹੈ, ਉਹਦੇ ਲਈ ਹੈ। ਪਰ ਇਹ ਗੁੱਡ ਮਾਰਨਿੰਗ, ਇਹ ਗੁੱਡ ਈਵਨਿੰਗ, ਇਹਦਾ ਸਾਡੇ ਨਾਲ ਕੋਈ ਸੰਬੰਧ ਨਹੀਂ ਹੈਗਾ। ਠੀਕ ਹੈ। ਦੈਟ ਇਜ਼ ਵਾਈ, ਇਸੀ ਕਰਕੇ ਚਿਲਡਰਨ ਵਿਦ ਇੰਪੇਅਰਡ ਹੀਅਰਿੰਗ ਕਿਹੜੀ ਹੁੰਦੀ ਬੱਚਿਓ? ਡਿਫੈਕਟਿਵ ਹੀਅਰਿੰਗ, ਜਿਹੜੀ ਮੁਕੰਮਲ ਨਹੀਂ ਹੈਗੀ, ਪੂਰਨ ਤੌਰ 'ਤੇ ਨਹੀਂ ਹੈਗੀ। ਦੇ ਨੀਡ ਸਪੈਸ਼ਲ ਕੇਅਰ। ਉਹਨਾਂ ਦੇ ਸਪੈਸ਼ਲ ਸਕੂਲ ਹੁੰਦੇ ਨੇ, ਉਹਨਾਂ ਦੀ ਸਪੈਸ਼ਲ ਪੜ੍ਹਾਈ ਕਰਾਈ ਜਾਂਦੀ ਹੈ। ਹੀਅਰਿੰਗ ਏਡਸ, ਜਿਹੜੇ ਕੰਨਾਂ ਨੂੰ ਲਾਉਣ ਵਾਲੀਆਂ ਅੱਜ ਕੱਲ੍ਹ ਮਸ਼ੀਨਾਂ ਬਣ ਗਈਆਂ, ਹੈਵ ਮੇਡ ਇਟ ਪੋਸੀਬਲ ਫॉर ਸੱਚ ਪਰਸਨਸ ਟੂ ਇੰਪਰੂਵ ਦੇਅਰ ਕੁਆਲਿਟੀ ਆਫ ਲਾਈਫ। ਹੁਣ ਇਹ ਜਿਹੜੇ ਗੈਜਟਸ ਆ ਗਏ ਨੇ, ਹੀਅਰਿੰਗ ਏਡਸ ਆ ਗਏ ਨੇ, ਇਹਦੇ ਰਾਹੀਂ ਜਿਹੜੇ ਬੱਚੇ ਨਹੀਂ ਸੁਣ ਪਾਉਂਦੇ ਉਹਨਾਂ ਨੂੰ ਵੀ ਆਸਰਾ ਹੋ ਗਿਆ, ਅਤੇ ਜਿਹੜੇ ਬਜ਼ੁਰਗ ਜਿਹੜੇ ਨਹੀਂ ਸੁਣ ਪਾਉਂਦੇ ਉਹਨਾਂ ਨੂੰ ਵੀ ਇਹ ਹੀਅਰਿੰਗ ਏਡ ਦੇ ਰਾਹੀਂ ਉਹਨਾਂ ਨੂੰ ਕਾਫੀ ਉਹਨਾਂ ਦੇ ਜੀਵਨ ਦੇ ਕੁਆਲਿਟੀ ਵਿੱਚ ਇੰਪਰੂਵਮੈਂਟ ਹੋਈ ਹੈ। ਅਗਲੀ ਗੱਲ ਵਿੱਚ ਪਿਚ ਨੂੰ ਸ਼੍ਰਿਲਨੈਸ ਵੀ ਕਿਹਾ ਜਾਂਦਾ ਹੈ। ਪਿਚ ਔਰ ਸ਼੍ਰਿਲਨੈਸ में ਤਿੱਖਾਪਨ ਡਿਪੈਂਡਸ ਔਨ ਦੀ ਫਰੀਕੁਐਂਸੀ ਆਫ ਦੀ ਵਾਈਬਰੇਟਿੰਗ ਆਬਜੈਕਟ। ਇਹ ਬੱਚੇ ਬੜਾ ਇੰਪੋਰਟੈਂਟ ਨੇ, ਤੁਸੀਂ ਸਾਰੇ ਯਾਦ ਕਰ ਲੈਣੇ ਚੰਗੀ ਤਰ੍ਹਾਂ। ਜਿਹੜੀ ਪਿਚ ਹੈ, ਇਟ ਇਜ਼ ਰਿਲੇਟਿਡ ਟੂ ਫਰੀਕੁਐਂਸੀ। ਇਫ ਦੀ ਫਰੀਕੁਐਂਸੀ ਆਫ ਵਾਈਬਰੇਸ਼ਨ ਇਜ਼ ਹਾਇਰ, we say that the sound is shrill and has a higher pitch. Only higher the frequency, higher the pitch.
lower the frequency, lower the pitch, ठीक है. If the frequency of vibration is lower, we say that the sound has a lower pitch. Frequency of a child is higher than that of an adult. ਬੱਚੇ ਦੀ ਆਵਾਜ਼ ਪਤਲੀ ਹੁੰਦੀ, ਤਿੱਖੀ ਹੁੰਦੀ ਹੈ, ਕਿਉਂ? ਉਹਦੀ ਪਿਚ ਜ਼ਿਆਦਾ ਹੈ, ਫ੍ਰੀਕੁਐਂਸੀ ਜ਼ਿਆਦਾ ਹੈ. ਇਨ ਜਨਰਲ a woman's voice has a higher frequency than a man's. ਹੁਣ ਇਹ ਵੀ ਸਵਾਲ ਆ ਸਕਦਾ. ਔਰਤਾਂ ਦੀ ਆਵਾਜ਼ ਥੋੜੀ ਬਰੀਕ ਹੁੰਦੀ ਹੈ, ਸ਼੍ਰਿਲ ਹੁੰਦੀ ਹੈ, ਤਿੱਖੀ ਹੁੰਦੀ ਹੈ, ਕਿਉਂ? ਕਿਉਂਕਿ ਉਹਨਾਂ ਦੀ ਆਵਾਜ਼ ਦੀ ਵੋਕਲ ਕਾਰਡਸ ਦੀ ਫ੍ਰੀਕੁਐਂਸੀ ਬੰਦਿਆਂ ਦੀ ਵੋਕਲ ਕਾਰਡਸ ਦੀ ਫ੍ਰੀਕੁਐਂਸੀ ਨਾਲੋਂ ਜ਼ਿਆਦਾ ਹੁੰਦੀ ਹੈ. ਫॉर ਦਿਸ ਰੀਜ਼ਨ ਵੂਮਨ ਜਨਰਲੀ ਹੈਵ ਅ ਮੋਰ ਸ਼੍ਰਿਲ ਵੌਇਸ ਦੈਨ ਮੈਨ. ਇਹੀ ਕਾਰਨ ਹੈ. ਤੇ ਇਹਦਾ ਸੰਬੰਧ ਕਿੰਨਾ ਜੁੜਿਆ? ਹਾਇਰ ਫ੍ਰੀਕੁਐਂਸੀ ਦਾ, ਕਿਉਂਕਿ ਉਹਨਾਂ ਦਾ ਵੋਕਲ ਕਾਰਡ ਲੰਬਾ ਹੁੰਦਾ ਤੇ ਔਰਤਾਂ ਦਾ ਵੋਕਲ ਕਾਰਡ ਛੋਟਾ ਹੁੰਦਾ. ਇਹਦਾ ਮਤਲਬ ਇਹ ਵੀ ਹੋ ਗਿਆ ਕਿ ਵੋਕਲ ਕਾਰਡ ਛੋਟਾ ਹੋਏਗਾ ਤੇ ਫ੍ਰੀਕੁਐਂਸੀ ਜ਼ਿਆਦਾ ਹੋ ਜਾਏਗੀ, ਵੋਕਲ ਕਾਰਡ ਲੰਬਾ ਹੋ ਜਾਏਗਾ ਤੇ ਫ੍ਰੀਕੁਐਂਸੀ ਘਟ ਜਾਏਗੀ. ਠੀਕ ਹੈ, ਇਹ ਉਲਟਾ ਹੈ. ਮਤਲਬ ਕਿ ਵੂਮਨਸ ਦਾ ਵੋਕਲ ਕਾਰਡ ਛੋਟਾ ਹੈ 15 mm ਤੇ ਇਸ ਕਰਕੇ ਉਹਨਾਂ ਦੀ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਹੈ. ਮੈਨਸ ਦਾ ਵੋਕਲ ਕਾਰਡ ਥੋੜਾ ਲੰਬਾ ਹੁੰਦਾ ਹੈ, ਇਸ ਕਰਕੇ ਉਹਨਾਂ ਦੀ ਫ੍ਰੀਕੁਐਂਸੀ ਥੋੜੀ ਘੱਟ ਹੁੰਦੀ ਹੈ. ਠੀਕ ਹੈ, ਆਓਗੇ ਚਲਿਏ. For example, a drum vibrates with a low frequency. Therefore, it produces a low-pitched sound, shrill, patli. On the other hand, a whistle, CT whistle has a high frequency and therefore produces a sound of higher pitch. ठीक है? A bird makes a high-pitched sound, whereas a lion ਦੀ ਹੁੰਦੀ ਗਰਜਵੀਂ ਮੋਟੀ ਆਵਾਜ਼ ਹੁੰਦੀ ਹੈ, ਉਹਦੀ low-pitched roar, ਉਹਦੀ frequency ਘੱਟ ਹੈਗੀ ਹੈ. ਬਰਡ ਦੀ ਪੰਛੀ ਦੀ ਤਿੱਖੀ ਹੁੰਦੀ ਹੈ, ਉਹਦੀ ਫ੍ਰੀਕੁਐਂਸੀ ਜ਼ਿਆਦਾ ਹੈ, ਹਾਈ ਪਿਚ ਸਾਊਂਡ. However, the roar of a lion is very loud, while the sound of the bird is quite feeble. ਜਿਹੜੀ ਸ਼ੇਰ ਦੀ ਗਰਜਨ ਹੈ ਉਹ ਦੂਰ ਤੱਕ ਸੁਣੀ ਜਾ ਸਕਦੀ ਹੈ, ਪੰਛੀ ਦੀ ਚਹਿਚਹਾਟ ਦੂਰ ਤੱਕ ਨਹੀਂ ਸੁਣੀ ਜਾ ਸਕਦੀ, ਪਰ ਪਤਲੀ ਹੈ. ਇਹਦਾ ਮਤਲਬ ਕਿ ਉੱਚੇ ਆਵਾਜ਼ ਦਾ ਉੱਚਾ ਹੋਣਾ ਤੇ ਤਿੱਖਾ ਹੋਣਾ ਦੋ ਵੱਖਰੀ ਵੱਖਰੀ ਗੱਲਾਂ ਨੇ. ਠੀਕ ਹੈ, ਸੋ frequency determines the pitch. Frequency does not determine the loudness. Loudness is determined by something else, which we are going to do now. ਹੁਣ ਆ ਗਿਆ loudness. The loudness of sound depends on its amplitude. ਮਤਲਬ ਕਿੰਨੀ ਦੂਰ ਤੱਕ ਵਾਈਬ੍ਰੇਟ ਕੀਤਾ ਹੈ, amplitude ਕਿੰਨਾ ਹੈ. How much is the displacement of the vibrating object from its mean position? Higher the amplitude, higher the loudness. So when when the amplitude of vibration is large, the sound produced is large. ਇਹਦਾ ਮਤਲਬ ਕੀ ਹੈ ਕਿ ਜੋ ਲਾਇਨ ਸੀਗਾ ਉਹਦੀ ਫ੍ਰੀਕੁਐਂਸੀ ਤੇ ਘੱਟ ਸੀ ਪਰ ਉਹਦੀ ਐਂਪਲੀਟਿਊਡ ਜ਼ਿਆਦਾ ਸੀ. ਇਸੀ ਤਰ੍ਹਾਂ ਜੋ ਬਰਡ ਸੀ, ਬਰਡ ਪੰਛੀ, ਉਹਦੀ ਫ੍ਰੀਕੁਐਂਸੀ ਤੇ ਜ਼ਿਆਦਾ ਹੈ ਪਰ ਉਹਦਾ ਐਂਪਲੀਟਿਊਡ ਘੱਟ ਹੈ. ਸੋ ਵੈਨ ਦੀ ਐਂਪਲੀਟਿਊਡ ਇਜ਼ ਸਮॉल, ਦੀ ਸਾਊਂਡ ਪ੍ਰੋਡਿਊਸਿਸ ਫੀਬਲ, ਬੜੀ ਮੱਠੀ ਆਵਾਜ਼ ਆਉਂਦੀ ਹੈ. ਠੀਕ ਹੈ, ਲਾਊਡਨੈਸ ਆਫ ਸਾਊਂਡ ਇਜ਼ ਪ੍ਰਪੋਰਸ਼ਨਲ ਟੂ ਦੀ ਸਕੁਏਅਰ ਆਫ ਦੀ ਐਂਪਲੀਟਿਊਡ ਆਫ ਦੀ ਵਾਈਬ੍ਰੇਸ਼ਨ. ਮਤਲਬ ਕਿ ਇਹ ਵੀ ਗੱਲ ਇੰਪੋਰਟੈਂਟ ਹੈ. Loudness is not linearly connected to amplitude. ਐ ਨਹੀਂ ਵੀ ਜਿੱਦਾਂ ਐਂਪਲੀਟਿਊਡ ਦੁੱਗਣਾ ਹੋਇਆ ਤੇ ਲਾਊਡਨੈਸ ਦੁੱਗਣੀ ਹੋ ਜਾਏਗੀ, ਐਂਪਲੀਟਿਊਡ ਤਿਗਣਾ ਹੋਇਆ ਤੇ ਲਾਊਡਨੈਸ ਵੀ ਤਿਗਣੀ ਹੋ ਜਾਏਗੀ, ਇੱਦਾਂ ਨਹੀਂ ਹੈਗਾ. Loudness of sound is proportional to the square of the amplitude. ਇਹਦਾ ਮਤਲਬ ਕੀ ਹੋਇਆ ਕਿ ਵਾਈਬ੍ਰੇਸ਼ਨ, for example, if the amplitude becomes twice, the loudness increases by a factor of 4. ਉਹ 4 ਗੁਣਾ ਹੋ ਜਾਏਗੀ, ਕਿਉਂ? 2 ਦੂਣੀ 4. ਅਗਰ ਐਂਪਲੀਟਿਊਡ ਨੂੰ 3 ਗੁਣਾ ਕਰ ਦਿਓ ਤੇ ਕੀ 3 ਤੀਆ 9 ਤੇ ਲਾਊਡਨੈਸ ਜਿਹੜੀ ਹੈਗੀ ਹੈ ਬੱਚਿਓ ਉਹ 9 ਟਾਈਮਸ ਹੋ ਜਾਏਗੀ. ਠੀਕ ਹੈ, ਇਸੇ ਤਰ੍ਹਾਂ ਜੇ ਐਂਪਲੀਟਿਊਡ ਨੂੰ 4 ਟਾਈਮਸ ਕਰ ਦਿਓ, 4 4 ਦਾ 16 ਤੇ ਐਂਪਲੀਟਿਊਡ ਵਿਲ ਬਿਕਮ 16 ਟਾਈਮਸ. ਇਹ ਗੱਲ ਵੀ ਬੜੀ ਇੰਪੋਰਟੈਂਟ ਹੈ, ਇੱਕ ਅੱਧੇ ਨੰਬਰ ਦਾ ਸਵਾਲ ਆ ਸਕਦਾ ਹੈ. ਇਫ ਐਂਪਲੀਟਿਊਡ ਇਜ਼ ਇਨਕਰੀਜ਼ਡ 4 ਟਾਈਮਸ, ਹਾਊ ਮਚ ਵਿਲ ਦਾ ਲਾਊਡਨੈਸ ਇਨਕਰੀਜ਼? ਤੇ ਲਿਖਾਂਗੇ ਲਾਊਡਨੈਸ ਵਿਲ ਇਨਕਰੀਜ਼ 16 ਟਾਈਮਸ ਬਿਕੋਜ਼ 4 ਸਕੁਏਅਰ ਇਜ਼ 16. ਠੀਕ ਹੈ, if amplitude becomes thrice, 3 गुना हो जाए तो loudness will become 9 times because 3 3 the 9. आगे चलिए. The loudness is expressed in unit called decibel. loudness the unit है. For example, the loudness of normal breathing is 10 decibel. ਜਿਹੜੀ ਸਾਹ ਦੀ ਸਾਡੀ ਆਵਾਜ਼ ਆ ਰਹੀ ਹੈ ਉਹ 10 decibel ਹੈ, ਮੰਨ ਕੇ ਚੱਲੋ. and that of busy traffic, ਜਿਹੜਾ ਟ੍ਰੈਫਿਕ ਦਾ ਰੌਲਾ ਪੈ ਰਿਹਾ ਉਹ ਹੈਗਾ 70 decibel. ਇਹ ਅੰਦਾਜ਼ਾ ਹੈ ਵੀ ਕਿੰਨਾ ਨੋਇਜ਼ ਸਹਾਰਿਆ ਜਾ ਸਕਦਾ ਹੈ. ਅਬਵ 80 ਡੈਸੀਬਲ ਦੀ ਨੋਇਜ਼ ਬਿਕਮਸ ਫਿਜ਼ੀਕਲੀ ਪੇਨਫੁਲ. ਜੇ 80 ਡੈਸੀਬਲ ਤੋਂ ਉੱਪਰ ਹੋ ਜਾਏ ਫਿਰ ਸ਼ੋਰ ਦੇ ਨਾਲ ਸਾਨੂੰ ਖਿੱਚਣਾ ਸ਼ੁਰੂ ਹੋ ਜਾਂਦਾ ਹੈ,
ਸਾਨੂੰ ਪਰੇਸ਼ਾਨੀ ਹੋਣੀ ਸ਼ੁਰੂ ਹੋ ਜਾਂਦੀ, ਸਾਨੂੰ ਪੇਨਫੁਲ, ਸਾਨੂੰ ਮਤਲਬ ਕਿ ਟੈਨਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਖਿਜਣਾ, ਇਰੀਟੇਸ਼ਨ ਹੋ ਜਾਂਦੀ ਹੈ ਤੇ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਸੋ ਇਸੇ ਕਰਕੇ ਜਿਹੜਾ ਹੈ ਇਹ ਨੋਇਜ਼ ਹੈ ਬੱਚਿਓ, ਇਹ ਵੀ ਇੱਕ ਮਤਲਬ ਕਿ ਇੱਕ ਫਿਜ਼ੀਕਲ ਚੀਜ਼ ਹੈ, ਇਹ ਕੋਈ ਐਵੇਂ ਨਹੀਂ ਹੈਗੀ। ਠੀਕ ਹੈ ਨਾ, ਤੁਸੀਂ ਦੇਖੋ ਜਿਲੇ ਬਹੁਤ ਤੇਜ਼ੀ ਦੇ ਨਾਲ ਕੋਈ ਸੁਪਰਸੋਨਿਕ ਪਲੇਨ ਜਾਂਦਾ ਹੈ ਤੇ ਕਈ ਵਾਰ ਜਿਹੜੇ ਘਰਾਂ ਦੇ ਸ਼ੀਸ਼ੇ ਖਿੜਕੀਆਂ ਦੇ ਤਿੜਕ ਕੇ ਟੁੱਟ ਜਾਂਦੇ ਨੇ। ਕਿਉਂ? ਬਿਕੋਜ਼ ਉਹ ਸਾਊਂਡ ਵੇਵਜ਼ ਇੰਨੀ ਤੇਜ਼ੀ ਨਾਲ ਆਵਾਜ਼ ਹੁੰਦੀ ਹੈ, ਉਹਦੀ ਵਾਈਬ੍ਰੇਸ਼ਨਸ ਇੰਨੀ ਤੇਜ਼ ਆਉਂਦੀਆਂ, ਉਹਨਾਂ ਸ਼ੀਸ਼ੇ ਖੜਕਦੇ ਨੇ ਤੇ ਇੰਨੀ ਜ਼ੋਰ ਦੀ ਖੜਕਦੇ ਨੇ ਸ਼ੀਸ਼ੇ ਕਈ ਵਾਰ ਟੁੱਟ ਜਾਂਦੇ ਨੇ। ਇਹਦੋਂ ਪਤਾ ਲੱਗਦਾ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਇਹੀ ਵਾਈਬ੍ਰੇਸ਼ਨ ਜਾਂ ਸਾਡੇ ਕੰਨਾਂ ਦੇ ਡਰਮ ਵਿੱਚ ਜ਼ੋਰ ਦੀ ਵਾਈਬ੍ਰੇਟ ਕਰਨਗੀਆਂ ਤੇ ਸਾਡਾ ਕੰਨਾਂ ਦਾ ਡਰਮ ਜਿਹੜਾ ਹੈ, ਈਅਰ ਡਰਮ ਹੈਗਾ ਪੜਦਾ, ਉਹ 'ਤੇ ਵੀ ਨੁਕਸਾਨ ਹੁੰਦਾ ਹੈ। ਤੇ ਕਿਉਂਕਿ ਉਹ ਸਿਗਨਲ ਬ੍ਰੇਨ ਨੂੰ ਜਾਂਦਾ ਹੈ ਤੇ ਉਹਨਾਂ ਇਰੀਟੇਸ਼ਨ ਹੁੰਦੀ ਹੈ, ਉਹਨਾਂ ਬਿਮਾਰੀਆਂ ਲੱਗਦੀਆਂ। ਇਸੇ ਕਰਕੇ ਸਾਨੂੰ ਬੇਲੋੜਾ ਰੌਲਾ ਵੀ ਨਹੀਂ ਪਾਉਣਾ ਚਾਹੀਦਾ। ਆਓ ਦੇਖੀਏ ਅੱਗੇ। Audible range. We know that a vibrating body produces sound. ਸਾਨੂੰ ਤਾਂ ਪਤਾ ਹੈ ਕਿ ਜਿਹੜੀ ਚੀਜ਼ ਵਾਈਬ੍ਰੇਟ ਕਰਦੀ ਹੈ ਸਾਊਂਡ ਪ੍ਰੋਡਿਊਸ ਕਰਦੀ ਹੈ। However, the human ear, ਮਨੁੱਖੀ ਕੰਨ, cannot hear all the frequencies. ਅਸੀਂ ਸਾਰੀਆਂ ਆਵਾਜ਼ਾਂ ਨਹੀਂ ਸੁਣ ਸਕਦੇ। Humans cannot hear sounds of frequencies less than about 20 vibrations per second. 20 ਹਰਟਜ਼, ਜੇ ਤੇ ਫ੍ਰੀਕੁਐਂਸੀ 20 ਹਰਟਜ਼ ਹੋਏਗੀ, ਉਹ ਤੋਂ ਥੱਲੇ ਹੋਏਗੀ, ਸਾਨੂੰ ਆਵਾਜ਼ ਦਾ ਪਤਾ ਨਹੀਂ ਲੱਗੇਗਾ। ਐਂਡ ਸਾਊਂਡਸ ਆਫ ਫ੍ਰੀਕੁਐਂਸੀਜ਼ ਹਾਇਰ ਦੈਨ 20,000 ਵਾਈਬ੍ਰੇਸ਼ਨ, ਤੇ ਜੇ ਫ੍ਰੀਕੁਐਂਸੀ 20,000 ਤੋਂ ਜ਼ਿਆਦਾ ਹੋ ਜਾਏਗੀ ਫਿਰ ਵੀ ਸਾਨੂੰ ਆਵਾਜ਼ ਨਹੀਂ ਆਏਗੀ। ਸੱਚ ਸਾਊਂਡਸ ਆਰ ਇਨऑਡੀਬਲ। ਇਨऑਡੀਬਲ ਜਿਹੜੀਆਂ ਨਾ ਸੁਣਨ, ਉਹਨੂੰ ਕਿਹਾ ਜਾਂਦਾ ਇਨऑਡੀਬਲ ਟੂ ਦਾ ਹਿਊਮਨ ਈਅਰ। ਸਾਡੇ ਕੰਨਾਂ ਦੀ ਸਮਰੱਥਾ ਹੀ ਨਹੀਂ ਹੈਗਾ। ਸਾਡਾ ਈਅਰ ਡਰਮ ਇਸ ਢੰਗ ਦਾ ਨਹੀਂ ਬਣਿਆ ਕਿ ਉਹ 20 ਹਰਟਜ਼ ਤੋਂ ਥੱਲੇ ਦੀ ਫ੍ਰੀਕੁਐਂਸੀ ਤੇ 20,000 ਹਰਟਜ਼ ਤੋਂ ਉੱਪਰ ਦੀ ਫ੍ਰੀਕੁਐਂਸੀ ਸੁਣ ਸਕੇ। ਠੀਕ ਹੈ, ਦਸ ਫॉर ਹਿਊਮਨ ਈਅਰ the range of audible frequencies is roughly from 20 to 20,000 hertz. ਇਹ ਸਾਡਾ ਫ੍ਰੀਕੁਐਂਸੀ ਦਾ audible ਰੇਂਜ ਸਾਡੇ ਮਨੁੱਖੀ ਕੰਨਾਂ ਦਾ ਹੈ। ਅੱਗੇ ਚਲੀਏ। Frequencies less than 20 hertz are called infrasonic and frequencies above 20,000, 20 kilohertz ਵੀ ਕਹਿ ਸਕਦੇ ਹਾਂ ਤੇ 20,000 ਵੀ ਕਹਿ ਸਕਦੇ ਹਾਂ, because kilo is 1000, so 20 kilohertz are called ultrasonic. Some animals can hear sounds of frequencies higher than 20,000 hertz. ਹੁਣ ਅਸੀਂ ਜਾਨਵਰਾਂ ਦੇ ਕੰਨ ਹੋਰ ਤਰ੍ਹਾਂ ਦੇ ਹੁੰਦੇ ਨੇ। ਸਾਨੂੰ 20,000 ਹਰਟਜ਼ ਤੋਂ ਉੱਪਰ ਵਾਲੀ ਫ੍ਰੀਕੁਐਂਸੀ ਨਹੀਂ ਸੁਣਦੀ, ਪਰ ਬੜੇ ਸਾਰੇ ਜਾਨਵਰ ਨੇ ਜਿਹੜੇ 20,000 ਹਰਟਜ਼ ਤੋਂ ਉੱਪਰ ਦੀ ਫ੍ਰੀਕੁਐਂਸੀ ਸੁਣ ਲੈਂਦੇ ਨੇ। ਡੌਗਸ, ਜਿਵੇਂ ਕੁੱਤੇ ਨੇ, ਦੇ ਪੋਜੈਸ ਦਿਸ ਐਬਿਲਿਟੀ, ਉਹਨਾਂ ਕੋਲ ਸਮਰੱਥਾ ਹੁੰਦੀ ਹੈ। ਡੌਗਸ ਪੋਜੈਸ ਦਿਸ ਐਬਿਲਿਟੀ। ਦ ਪੁਲਿਸ ਯੂਜ਼ ਹਾਈ ਫ੍ਰੀਕੁਐਂਸੀ ਵਿਸਲਸ ਵਿਚ ਡੌਗ ਕੈਨ ਹੀਅਰ ਬਟ ਹਿਊਮਨਸ ਕੈਨ ਨਾਟ। ਇਹ ਪੁਲਿਸ ਵਾਲੇ ਨੂੰ ਵਰਤਦੇ ਨੇ। ਉਹ ਜਿਹੜੇ ਸੀਟੀ ਮਾਰਦੇ ਨੇ, ਉਹ ਸੀਟੀ ਸਾਨੂੰ ਨਹੀਂ ਸੁਣਦੀ ਪਰ ਕੁੱਤੇ ਨੂੰ ਸੁਣ ਜਾਂਦੀ। ਕੁੱਤਾ ਪਛਾਣ ਜਾਂਦਾ ਕਿ ਮੈਨੂੰ ਮੇਰਾ ਜਿਹੜਾ ਮਾਲਿਕ ਹੈ ਬੁਲਾ ਰਿਹਾ। ਸਿਮਿਲਰਲੀ ਦੀ ਅਲਟਰਾਸਾਊਂਡ ਇਕੁਇਪਮੈਂਟ ਜਿਹੜੀਆਂ ਹੁੰਦੀਆਂ ਵਿਚ ਆਰ ਯੂਜ਼ਡ ਫॉर ਇਨਵੈਸਟੀਗੇਟਿੰਗ ਐਂਡ ਟਰੈਕਿੰਗ ਮੈਨੀ ਮੈਡੀਕਲ ਪ੍ਰੋਬਲਮਸ। ਕਹਿੰਦੇ ਅਲਟਰਾਸਾਊਂਡ ਕਰਾਉਣ 'ਚ ਗਿਆ ਬੰਦਾ, ਢਿੱਡ ਦਾ ਅਲਟਰਾਸਾਊਂਡ ਕਰਾਓ, ਐਬਡੋਮਨ ਦਾ ਅਲਟਰਾਸਾਊਂਡ ਕਰਾਓ, ਉਹ 'ਚ ਵੀ ਵਾਈਬ੍ਰੇਸ਼ਨਸ ਹੋ ਰਹੀਆਂ ਪਰ ਸਾਨੂੰ ਆਵਾਜ਼ ਨਹੀਂ ਸੁਣਦੀ। ਵਾਈ? ਬਿਕੋਜ਼ ਦੇਅਰ ਫ੍ਰੀਕੁਐਂਸੀ ਇਜ਼ ਮੋਰ ਦੈਨ 20,000 ਹਰਟਜ਼ ਔਰ more than 20 kilohertz. That's why we cannot hear. आगे चलिए। ਹੁਣ आ गया noise, रौला। Some sounds are pleasant to the ear. कोई बड़ा मिठा बोलता है, मिठा गांदा है, गुरबाणी का कीर्तन हो रहा है, ਕੰਨਾਂ ਨੂੰ ਬੜਾ ਵਧੀਆ ਲੱਗਦਾ ਹੈ। Whereas some cause discomfort, ਪਰ ਕੁਝ ਆਵਾਜ਼ਾਂ ਐਸੀਆਂ ਜਿਨ੍ਹਾਂ ਨਾਲ ਸਾਨੂੰ ਤਕਲੀਫ ਹੁੰਦੀ ਹੈ, ਮੁਸ਼ਕਿਲ ਹੁੰਦੀ ਹੈ। ਹੁਣ ਇੱਟਾਂ ਰਗੜ ਜਾ ਰਹੀਆਂ, ਕੋਈ ਮਸ਼ੀਨਾਂ ਚੱਲਦੀਆਂ ਪਈਆਂ, ਕੋਈ ਟ੍ਰੈਫਿਕ ਵਾਲੇ, ਬੱਸਾਂ ਵਾਲੇ, ਹੌਰਨ ਵਾਲੇ, ਕਾਰਾਂ ਵਾਲੇ ਐਵੇਂ ਟੈਂ ਕਰੀ ਜਾ ਰਹੇ ਨੇ, ਹੌਰਨ ਵਜਾਈ ਜਾ ਰਹੇ ਨੇ ਬਿਨਾਂ ਗੱਲ ਤੋਂ, ਉਹ ਰੌਲਾ ਹੈਗਾ। ਫੋਰ ਐਗਜ਼ਾਮਪਲ ਸਾਊਂਡਸ ਕਮਿੰਗ ਫਰੋਮ ਅ ਕੰਸਟਰਕਸ਼ਨ ਸਾਈਟ, ਜਿੱਥੇ ਕੋਈ ਕੰਸਟਰਕਸ਼ਨ ਹੋ ਰਹੀ ਹੈ, ਠੋਕਾ ਠਾਕੀ ਹੋ ਰਹੀ ਹੈ, ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਲੋਟ ਆਫ ਪੀਪਲ ਸਪੀਕਿੰਗ ਟੂਗੈਦਰ ਐਟ ਅ ਪਲੇਸ, ਕਈ ਜਗ੍ਹਾ ਬੰਦੇ, ਹੁਣ ਕੋਈ ਮੇਲੇ 'ਤੇ ਬੜਾ ਰੌਲਾ ਪੈ ਰਿਹਾ ਹੈ ਨਾ, ਕੋਈ ਮਤਲਬ ਕਿ ਜਿੱਦਾਂ ਕਈ ਜਗ੍ਹਾ ਕੋਈ ਮੀਟਿੰਗ, ਕੋਈ ਪਾਰਲੀਮੈਂਟ ਸਾਡੀ ਦੇਖ ਲਓ ਕਿੱਦਾਂ ਰੌਲਾ ਪੈਂਦਾ ਹੈ, ਪਤਾ ਨਹੀਂ ਲੱਗਦਾ ਕੌਣ ਕੀ ਬੋਲ ਰਿਹਾ, ਵਿੱਚ ਹੀ ਬੋਲਣ ਲੱਗ ਜਾਂਦੇ ਸਾਰੇ ਲੋਕੀ। ਇੱਕ ਟਾਈਮ 'ਤੇ ਇੱਕ ਬੰਦੇ ਨੂੰ ਬੋਲਣਾ ਚਾਹੀਦਾ, ਉਹ 'ਤੇ ਸਾਰੇ ਬੋਲਣ ਲੱਗ ਜਾਂਦੇ ਨੇ। ਠੀਕ ਹੈ। The sounds produced by horns of buses and trucks are not pleasant. ਇਹ ਸੁਖਾਵੇਂ ਨਹੀਂ ਹੈਗੇ, pleasant ਨਹੀਂ, ਸੁਖਾਵੇਂ ਨਹੀਂ, ਚੰਗੇ ਨਹੀਂ ਲੱਗਦੇ to the ear, ਕੰਨਾਂ ਵਾਸਤੇ। Such unpleasant sounds are called noise. ਇਹ ਜਿੰਨੇ ਵੀ ਅਣਸੁਖਾਵੇਂ ਆਵਾਜ਼ਾਂ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ noise, ਇਹਨਾਂ ਨੂੰ ਕਿਹਾ ਜਾਂਦਾ ਸ਼ੋਰ, ਇਹਨਾਂ ਨੂੰ ਕਿਹਾ ਜਾਂਦਾ ਰੌਲਾ। ਠੀਕ ਹੈ ਤੇ ਇਹ ਵੀ ਆਵਾਜ਼, ਪਰ ਇਹ ਸਾਨੂੰ ਸੁਣ ਕੇ ਚੰਗਾ ਨਹੀਂ ਲੱਗਦਾ, ਸਾਨੂੰ ਸੁਣ ਕੇ ਖਿੱਚ ਚੜ੍ਹਦੀ ਹੈ, ਸਾਨੂੰ ਸੁਣ ਕੇ ਤਕਲੀਫ ਹੁੰਦੀ ਹੈ। ਇਹਨੂੰ ਕਿਹਾ ਜਾਂਦਾ, ਇਸ ਆਵਾਜ਼ ਨੂੰ ਕਿਹਾ ਜਾਂਦਾ ਹੈ ਸ਼ੋਰ, ਰੌਲਾ, ਨੋਇਸ। ਅੱਗੇ ਚਲੀਏ। ਔਨ ਦੀ ਅਦਰ ਹੈਂਡ, ਦੂਜੇ ਬੰਨੇ,
वन एंजॉयज साउंड्स फ्रॉम म्यूजिकल इंस्ट्रूमेंट्स, जे कोई साज वज रहे होण बड़े वधिया सुर विच, तबला वज रहा है, हारमोनीयम वज रहा है, हाँ जी, तानपुरा वज रहा है, एक तारा वज रहा है, या मतलब कि बड़े सारे अपने तंती साज ने, है ना, कोई बांसुरी वज रही है। म्यूजिकल साउंड इज़ वन विच इज़ प्लीजिंग टू द ईयर, जिहड़ी है अपना म्यूजिक है संगीतमई जिहड़ी आवाज़ है यह कन्नां नूं बड़ी सोहनी लगदी है। साउंड प्रोड्यूस्ड बाय अ हारमोनीयम इज़ अ म्यूजिकल साउंड, द स्ट्रिंग ऑफ अ सितार आल्सो गिव्स अ म्यूजिकल साउंड। सो एक हुंदा बच्चों म्यूजिक, दूजा हुंदा है नॉइज़। द साउंड विच इज़ प्लेजेंट टू द ईयर इज़ नोन एज म्यूजिक एंड द साउंड विच इज़ अनप्लेजेंट टू द ईयर इज़ नोन एज नॉइज़। आगे चलिए। We know that air pollution is caused by the presence of unwanted gases and particles in air। ਸਾਨੂੰ ਪਤਾ ਹੈ ਕਿ ਹਵਾ ਦੇ ਪ੍ਰਦੂਸ਼ਣ ਦਾ ਕੀ ਮਤਲਬ ਹੈ, ਜਿਹੜੀਆਂ ਗੈਸਾਂ ਸਾਨੂੰ ਨਹੀਂ ਚਾਹੀਦੀਆਂ ਉਹ ਗੈਸਾਂ ਵਿੱਚ ਸਿੱਟ ਦਿੱਤੀਆਂ ਆਪਾਂ, ਪਾਰਟੀਕਲਸ ਬੜੇ ਸਾਰੇ ਕਣ ਪਾ ਦਿੱਤੇ ਕਾਰਬਨ ਦੇ, ਗੰਧਮਨ ਦੇ, ਹਨਾ, ਤੇ ਉਹਨਾਂ ਪੋਲਿਊਸ਼ਨ ਹੋ ਗਿਆ, ਹਵਾ ਗੰਦੀ ਹੋ ਗਈ। ਸਿਮਿਲਰਲੀ ਉਸੀ ਤਰ੍ਹਾਂ ਪ੍ਰੈਜ਼ੈਂਸ ਆਫ ਐਕਸੈਸਿਵ ਔਰ ਅਨਵਾਂਟਿਡ ਸਾਊਂਡਸ ਇਨ ਦੀ এনवायरमेंट ਇਜ਼ ਟਰਮਡ ਐਜ਼ ਨੋਇਜ਼ ਪੋਲਿਊਸ਼ਨ। ਇसी ਤਰ੍ਹਾਂ ਬੱਚੇ ਸ਼ੋਰ ਪ੍ਰਦੂਸ਼ਣ ਵੀ ਹੁੰਦਾ ਹੈ, ਜਿਹੜੀ ਆਵਾਜ਼ਾਂ ਨਹੀਂ ਚਾਹੀਦੀਆਂ ਉਹ ਆਵਾਜ਼ਾਂ ਆ ਜਾਣ, ਬੇਲੋੜੀਆਂ ਆ ਜਾਣ, ਅਨਵਾਂਟਿਡ ਆ ਜਾਣ ਤੇ ਜ਼ਿਆਦਾ ਆ ਜਾਣ, ਤੇ ਫਿਰ ਉਹਨੂੰ ਵੀ ਕਿਹਾ ਜਾਂਦਾ ਹੈ ਨੋਇਜ਼ ਪੋਲਿਊਸ਼ਨ। ਸੋ ਨੋਇਜ਼ ਪੋਲਿਊਸ਼ਨ ਇਜ਼ ਮੇਨਲੀ ਕਾਜ਼ਡ ਬਾਈ ਸਾਊਂਡਸ ਆਫ ਵਹੀਕਲਸ, ਜਿਹੜੇ ਵਾਹਨ ਨੇ, ਟਰੱਕਾਂ ਨੇ, ਬੱਸਾਂ ਨੇ, ਕਾਰਾਂ ਨੇ। ਤਾਂ ਇਹ ਤੇ ਕਹਿੰਦੇ ਇਹਨਾਂ ਨੂੰ ਘੱਟ ਚਲਾਉਣਾ ਚਾਹੀਦਾ ਹੈ, ਸਾਨੂੰ ਪੈਦਲ ਤੁਰਨ ਦੀ ਆਦਤ ਪਾਉਣੀ ਚਾਹੀਦੀ ਹੈ, ਸਾਨੂੰ ਸਾਈਕਲ ਚਲਾਉਣੀ ਚਾਹੀਦੀ ਹੈ, ਸਾਡੀ ਸਿਹਤ ਵੀ ਠੀਕ ਰਹੇਗੀ, ਪੈਟਰੋਲ ਦੇ ਪੈਸੇ ਵੀ ਬਚਣਗੇ, ਤੇ ਸੜਕਾਂ 'ਤੇ ਰਸ਼ ਵੀ ਘਟੇਗਾ, ਨੋਇਜ਼ ਪੋਲਿਊਸ਼ਨ ਵੀ ਘਟੇਗਾ, ਏਅਰ ਪੋਲਿਊਸ਼ਨ ਵੀ ਘਟੇਗਾ। ਐਕਸਪਲੋਜਨਸ ਇਨਕਲੂਡਿੰਗ ਬਰਸਟਿੰਗ ਆਫ ਕਰੈਕਰਸ, ਜਿਹੜੇ ਪਟਾਕੇ ਚਲਾਉਂਦੇ ਆ ਕਿੰਨਾ ਰੌਲਾ ਪੈਂਦਾ, ਜਾਨਵਰ ਵਿਚਾਰੇ ਦੁਬੱਕੇ ਸਾਰੇ, ਕੁੱਤੇ ਲੁਕ ਜਾਂਦੇ ਨੇ ਕਿਤੇ, ਪੰਛੀ ਵਿਚਾਰੇ ਘਬਰਾ ਜਾਂਦੇ ਨੇ, ਮਰ ਵੀ ਜਾਂਦੇ ਨੇ ਕਈ, ਹੈ ਨਾ, ਉਹਨਾਂ ਦੇ ਉੱਤੇ ਨਹੀਂ ਕੀ ਬੀਤਦੀ ਹੈਗੀ ਹੈ। ਕਈ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਅਟੈਕ ਹੋ ਜਾਂਦਾ, ਜਿਹਨਾਂ ਨੂੰ ਅਟੈਕ ਨਹੀਂ ਵੀ ਹੋਣਾ ਹੁੰਦਾ, ਕਈ ਬਜ਼ੁਰਗ ਜਿਹੜੇ ਪਹਿਲਾਂ ਹੀ ਬਿਮਾਰ ਹੁੰਦੇ ਨੇ ਉਹ ਬੇਮੌਤੇ ਮਰ ਜਾਂਦੇ ਨੇ ਕਰੈਕਰਸ ਕਰਕੇ। ਸੋ ਬੱਚਿਓ ਸਾਨੂੰ ਇਹ ਪਟਾਕੇ ਕਦੀ ਵੀ ਨਹੀਂ ਚਲਾਉਣੇ ਚਾਹੀਦੇ, ਦੇ ਕੌਜ਼ ਮਤਲਬ ਕਿ ਨੋਇਜ਼ ਪੋਲਿਊਸ਼ਨ ਤੇ ਕਰਦੇ ਹੀ ਨੇ, ਐਂਡ ਦੇ ਕੌਜ਼ ਟ੍ਰੀਮੈਂਡਸ ਅਮਾਊਂਟ ਆਫ ਏਅਰ ਪੋਲਿਊਸ਼ਨ। ਬੜੀਆਂ ਹੀ ਜ਼ਹਿਰੀਲੀਆਂ ਗੈਸਾਂ ਇਹ ਹਵਾ ਦੇ ਵਿੱਚ ਛੱਡਦੇ ਨੇ, ਜਿਹ 'ਚ ਸਾਹ ਦੀ ਪ੍ਰੋਬਲਮ, ਅਸਥਮਾ ਦੀ ਪ੍ਰੋਬਲਮ ਤੇ ਲੰਗ ਦਾ ਇਨਫੈਕਸ਼ਨ, ਕਿੰਨੀ ਪ੍ਰੋਬਲਮ ਹਰ ਸਾਲ ਦੀਵਾਲੀ 'ਤੇ ਹੁੰਦੀ ਹੈ। ਤੇ ਦੇਖਾ ਦੇਖੀ ਦੀਵਾਲੀ ਵਾਲਿਆਂ ਨੂੰ ਦੇਖਿਆ ਦੇਖੀ ਅਸੀਂ ਇਹ ਗੁਰਪੁਰਬਾਂ 'ਤੇ ਵੀ ਇਹ ਕੰਮ ਸ਼ੁਰੂ ਕਰ ਦਿੱਤਾ ਹੈ। ਸੋ ਇਹ ਜਾਹਿਲ ਪੁਣੇ ਦੀ ਨਿਸ਼ਾਨੀ ਹੈ, ਅਨਪੜ੍ਹਤਾ ਦੀ ਨਿਸ਼ਾਨੀ ਹੈ, ਇਹ ਮੂਰਖਤਾ ਦੀ ਨਿਸ਼ਾਨੀ ਹੈ। ਸਾਨੂੰ ਕਦੀ ਵੀ ਬੰਬ ਪਟਾਕੇ ਨਾ ਕਿਸੇ ਧਾਰਮਿਕ ਮੌਕੇ 'ਤੇ, ਨਾ ਵਿਆਹ ਸ਼ਾਦੀ 'ਤੇ ਕਦੇ ਵੀ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਇਹ ਪੈਸੇ ਦੀ ਬਰਬਾਦੀ ਵੀ ਹੈ, ਹਵਾ ਨੂੰ ਗੰਦਲਾ ਕਰਦਾ ਹੈ ਤੇ ਨਾਲ ਨੋਇਜ਼ ਪੋਲਿਊਸ਼ਨ ਵੀ ਕਰਦਾ ਹੈ। ਸੋ ਪਿਆਰੇ ਬੱਚਿਓ ਜਿਹੜੇ ਵੀਡੀਓ ਦੇਖ ਰਹੇ ਨੇ, ਤੁਸੀਂ ਅੱਜ ਤੋਂ ਬਾਅਦ ਸਹੁੰ ਖਾ ਲਓ ਕਿ ਤੁਸੀਂ ਜ਼ਿੰਦਗੀ ਵਿੱਚ ਕਦੀ ਵੀ ਪਟਾਕੇ ਨਹੀਂ ਚਲਾਓਗੇ। ਤੇ ਹੋਰ ਮਸ਼ੀਨਸ ਦਾ ਰੌਲਾ, ਲਾਊਡ ਸਪੀਕਰ, ਅਸੀਂ ਲਾਊਡ ਸਪੀਕਰ ਬੜੀ ਉੱਚੀ ਉੱਚੀ ਲਾ ਦਿੰਦੇ ਹਾਂ, ਹੈ ਨਾ। ਹਾਈ ਵੋਲਿਊਮਸ ਆਫ ਟੈਲੀਵਿਜ਼ਨ ਐਂਡ ਰੇਡੀਓ, ਮਤਲਬ ਆਪ ਰੇਡੀਓ ਟੈਲੀਵਿਜ਼ਨ ਨਹੀਂ ਸੁਣਨਾ, ਗੁਆਂਢੀਆਂ ਨੂੰ ਸੁਣਾਉਣਾ। ਘਰ ਕੋਈ ਪ੍ਰੋਗਰਾਮ ਹੋ ਗਿਆ, ਇਹ ਨਹੀਂ ਕਿ ਆਪਣਾ ਮਿਊਜ਼ਿਕ ਸੁਣ ਲਵੋ, ਨਹੀਂ ਜੀ, ਗੁਆਂਢੀ ਨੂੰ ਦੱਸਣਾ ਵੀ ਸਾਡੇ ਘਰ ਪ੍ਰੋਗਰਾਮ ਹੈਗਾ। ਹਾਈ ਵੋਲਿਊਮਸ ਆਫ ਟੈਲੀਵਿਜ਼ਨ ਰੇਡੀਓ, ਸੋ ਇਹ ਫੁਕਰਾਪਨ ਵੀ ਸਾਡੇ ਦੇਸ਼ ਵਿੱਚ ਹੀ ਹੈਗਾ। ਸਮ ਕਿਚਨ ਅਪਲਾਇੰਸਿਸ, ਜਦੋਂ ਵੀ ਅਸੀਂ ਮਿਕਸੀ ਚਲਾਉਂਦੇ ਹਾਂ, ਡਿਸ਼ਵਾਸ਼ਰ ਚਲਾਉਂਦੇ ਹਾਂ, ਕੁਛ ਵੀ ਚਲਾਉਂਦੇ ਹਾਂ ਤਾਂ ਵੀ ਸ਼ੋਰ ਆਉਂਦਾ। ਡੈਜ਼ਰਟ ਕੂਲਰਸ, ਇਹਦਾ ਵੀ ਸ਼ੋਰ ਬੜਾ ਆਉਂਦਾ ਹੈ। ਏਅਰ ਕੰਡੀਸ਼ਨਰਸ, ਲੈਂਡਿੰਗਸ ਟੇਕ ਆਫਸ ਆਫ ਪਲੇਨਸ, ਜਦੋਂ ਪਲੇਨ ਚੜ੍ਹਦਾ ਹੈ, ਜਦੋਂ ਪਲੇਨ ਉਤਰਦਾ ਤਦ ਵੀ ਬੜਾ ਰੌਲਾ ਪੈਂਦਾ। ਸੋ ਬੱਚੇ ਸਾਰੀ ਚੀਜ਼ਾਂ ਜਿਹੜੀਆਂ ਇਹ ਵੇਵਸ ਜਿਹੜੀਆਂ ਨੇ, ਤਰੰਗਾਂ ਦੀਆਂ ਜਿਹੜੀਆਂ ਨੇ ਵਾਈਬਰੇਟ ਕਰਕੇ ਇਹ ਹਵਾ ਵਿੱਚ ਕੀ ਕਰ ਰਹੀਆਂ ਨੇ, ਇਹ ਨੋਇਜ਼ ਪੋਲਿਊਸ਼ਨ ਵਧਾਉਂਦੀਆਂ ਨੇ। ਅੱਗੇ ਚਲੀਏ। ਸੋ ਲਾਈਕ ਏਅਰ ਪੋਲਿਊਸ਼ਨ, ਨੋਇਜ਼ ਪੋਲਿਊਸ਼ਨ ਆਲਸੋ ਮੇ ਕਾਜ਼ ਮੈਨੀ ਹੈਲਥ ਰਿਲੇਟਿਡ ਪ੍ਰੋਬਲਮਸ। ਇਹ ਬੜਿਆਂ ਨੂੰ ਇਹ ਨਹੀਂ ਪਤਾ, ਸਾਨੂੰ ਲੱਗਦਾ ਕਿ ਏਅਰ ਪੋਲਿਊਸ਼ਨ ਦੇ ਨਾਲ ਸਿਹਤ ਖਰਾਬ ਹੁੰਦੀ ਹੈ, ਕਿਉਂਕਿ ਉਹ ਗੰਦੀ ਹਵਾ ਅੰਦਰ ਜਾ ਰਹੀ, ਉਹ ਤੇ ਪਤਾ ਲੱਗ ਰਿਹਾ। ਤੇ ਨੋਇਜ਼ ਪੋਲਿਊਸ਼ਨ ਦੇ ਨਾਲ ਵੀ ਬੜੀ ਸਾਰੀਆਂ ਸਿਹਤ ਦੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਆਓ ਤੁਹਾਨੂੰ ਦੱਸੀ ਕਿਹੜੀ ਕਿਹੜੀਆਂ। ਨੋਇਜ਼ ਪੋਲਿਊਸ਼ਨ ਮੇ ਕਾਜ਼ ਇਨਸੋਮਨੀਆ, ਇਨਸੋਮਨੀਆ ਹੁੰਦਾ ਬੱਚੋ ਨੀਂਦ ਦਾ ਨਾ ਆਉਣਾ, ਲੈਕ ਆਫ ਸਲੀਪ। ਹਾਈਪਰ ਟੈਂਸ਼ਨ, ਹਾਈ ਬਲੱਡ ਪ੍ਰੈਸ਼ਰ ਇਹਦੇ ਨਾਲ ਹੁੰਦਾ ਬੜਾ, ਤੇ ਨਰਵਸ ਸਿਸਟਮ ਵੀ ਬ੍ਰੇਕਡਾਊਨ ਹੋ ਜਾਂਦਾ, ਐਂਗਜ਼ਾਈਟੀ, ਚਿੰਤਾ, ਐਂਡ ਮੈਨੀ ਮੋਰ ਹੈਲਥ ਡਿਸਆਰਡਰਸ, ਮੈਂਟਲ ਜਿਹੜੇ ਹੈਗੇ ਨੇ, ਠੀਕ ਹੈ। ਅ ਪਰਸਨ ਐਕਸਪੋਜ਼ ਟੂ ਲਾਊਡ ਸਾਊਂਡ ਮੇ ਕੰਟੀਨਿਊਸਲੀ, ਲਗਾਤਾਰ ਜੇ ਉਹ ਲਾਊਡ ਸਾਊਂਡ ਉਹਨੂੰ ਸੁਣਦਾ ਰਹੇ, ਉਹਨੂੰ ਸ਼ੋਰ ਵਿੱਚ ਰਹਿਣਾ ਪਵੇ, ਮੇ ਸਫਰ ਫਰੋਮ ਟੈਂਪਰਰੀ ਔਰ ਈਵਨ ਪਰਮਾਨੈਂਟ ਇੰਪੇਅਰਮੈਂਟ ਆਫ ਹੀਅਰਿੰਗ, ਉਹਦੀ ਜਿਹੜੀ ਸੁਣਨ ਦੀ ਸ਼ਕਤੀ ਹੈ ਆਰਜ਼ੀ ਤੌਰ 'ਤੇ, ਟੈਂਪਰਰੀ ਤੌਰ 'ਤੇ, ਜਾਂ ਈਵਨ ਪੱਕੇ ਤੌਰ 'ਤੇ, ਪਰਮਾਨੈਂਟ ਤੌਰ 'ਤੇ ਡੈਮੇਜ ਹੋ ਸਕਦੀ ਹੈ, ਠੀਕ ਹੈ। ਇਹ ਨੋਇਜ਼ ਪੋਲਿਊਸ਼ਨ ਦੇ ਨੁਕਸਾਨ ਨੇ। ਸੋ ਨੋਇਜ਼ ਕੈਨ ਬੀ ਕੰਟਰੋਲਡ, ਕਿਵੇਂ ਕੰਟਰੋਲ ਕੀਤਾ ਜਾਵੇ? ਬਾਈ ਕੰਟਰੋਲਿੰਗ ਦੀ ਸੋਰਸਿਸ ਆਫ ਨੋਇਜ਼। ਪਹਿਲੀ ਗੱਲ ਤੇ ਜਿਹੜਾ ਸ਼ੋਰ ਘਟਾਇਆ ਜਾ ਸਕਦਾ ਉਹਨੂੰ ਕਰੋ ਹੀ ਨਾ,
ਵੋਲਿਊਮ ਘੱਟ ਕਰ ਦਿਓ, ਟਰੱਕਾਂ ਦੇ ਬੱਸਾਂ ਦੇ ਹੌਰਨ ਨਾ ਵਜਾਓ, ਕਾਰਾਂ ਦੇ ਹੌਰਨ ਨਾ ਵਜਾਓ, ਸਕੂਟਰਾਂ ਦੇ ਹੌਰਨ ਨਾ ਵਜਾਓ। ਮੈਂ ਦੇਖੀ ਲੋਕੀ ਬਿਨਾਂ ਗੱਲ ਤੋਂ ਹੀ ਹੌਰਨ ਵਜਾਉਂਦੇ ਰਹਿੰਦੇ ਨੇ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਉਹਨਾਂ ਦਾ ਹੱਥ ਹੌਰਨ ਤੇ ਉੱਤੇ ਟਿਕਿਆ ਰਹਿੰਦਾ। ਸੋ ਹੌਰਨ ਨਾ ਵਜਾਏ ਜਾਣ, ਠੀਕ ਹੈ। ਫੋਰ ਐਗਜ਼ਾਮਪਲ ਸਾਇਲੈਂਸਿੰਗ ਡਿਵਾਈਸਿਸ ਕੈਨ ਬੀ ਇੰਸਟਾਲਡ ਇਨ ਏਅਰਕ੍ਰਾਫਟ ਇੰਜਨਸ, ਏਅਰਕ੍ਰਾਫਟ ਇੰਜਨ ਵਿੱਚ ਮਤਲਬ ਕਿ ਸਾਇਲੈਂਸਰ ਲੱਗੇ ਜਾ ਸਕਦੇ ਨੇ, ਟਰਾਂਸਪੋਰਟ ਵਾਹੀਕਲਸ ਸਾਇਲੈਂਸਰ ਲੱਗ ਸਕਦੇ ਨੇ, ਇੰਡਸਟਰੀਅਲ ਮਸ਼ੀਨਾਂ ਵਿੱਚ ਤੇ ਹੋਮ ਅਪਲਾਇੰਸਿਸ ਵਿੱਚ ਵੀ ਸਾਇਲੈਂਸਰ ਵਾਲੇ ਐਮਪਲਾਇਸਿਸ ਜਿਹੜੇ ਸਾਨੂੰ ਲੈਣੇ ਚਾਹੀਦੇ ਨੇ। ਜਿਹੜੇ ਪ੍ਰੋਪਰ ਕੰਪਨੀਆਂ ਦੇ ਸਰਟੀਫਾਈਡ ਕੰਪਨੀਆਂ ਦੇ ਨੇ ਉਹੀ ਸਾਨੂੰ ਯੰਤਰ ਖਰੀਦਣੇ ਚਾਹੀਦੇ ਨੇ, ਲੋਕਲ ਬਣੇ ਹੋਏ ਉਹ ਨਹੀਂ ਖਰੀਦਣੇ ਚਾਹੀਦੇ। ਉਹਨਾਂ ਨਾਲ ਬਿਜਲੀ ਦਾ ਝਟਕਾ ਲੱਗਣ ਦਾ ਵੀ ਡਰ ਰਹਿੰਦਾ, ਉਹਨਾਂ 'ਚੋਂ ਤਾਰਾਂ ਵੀ ਘਟੀਆਂ ਹੁੰਦੀਆਂ ਨੇ, ਹੋਰ ਵੀ ਚੀਜ਼ਾਂ ਬੜੀਆਂ ਘਟੀਆਂ ਹੁੰਦੀਆਂ, ਅੱਗ ਲੱਗਣ ਦਾ ਵੀ ਖਤਰਾ ਰਹਿੰਦਾ ਹੈ, ਸ਼ਾਰਟ ਸਰਕਟ ਦਾ ਵੀ ਖਤਰਾ ਰਹਿੰਦਾ। ਸੋ ਬੜੀ ਸਾਰੀਆਂ ਇੱਦਾਂ ਦੀਆਂ ਗੱਲਾਂ ਨੇ। ਸੋ ਬੇਸ਼ੱਕ ਥੋੜ੍ਹੇ ਪੈਸੇ ਜ਼ਿਆਦਾ ਲੱਗਣ ਪਰ ਸਾਨੂੰ ਸੇਫਟੀ ਵਾਸਤੇ, ਆਪਣੀ ਸਿਹਤ ਵਾਸਤੇ ਪੈਸੇ ਖਰਚਣ ਲੱਗੇ ਕਦੀ ਵੀ ਕੰਜੂਸੀ ਨਹੀਂ ਕਰਨੀ ਚਾਹੀਦੀ। ਸੋ ਇਹ ਜਿਹੜੀ ਚੀਜ਼ਾਂ ਨੇ ਹੋਮ ਅਪਲਾਇੰਸਿਸ ਵਗੈਰਾ, ਇਹ ਸਾਨੂੰ ਹਮੇਸ਼ਾ ਸਰਟੀਫਾਈਡ ਜਿਹੜੀਆਂ ਰਿਪਿਊਟਡ ਕੰਪਨੀਆਂ ਹੈਗੀਆਂ ਉਹਨਾਂ ਦੇ ਹੀ ਲੈਣੇ ਚਾਹੀਦੇ ਨੇ। ਆਓ ਅੱਗੇ ਚੱਲੀਏ। ਆਖਰੀ ਹੁਣ ਰੈਜ਼ੀਡੈਂਸ਼ੀਅਲ ਏਰੀਆ, ਜਿੱਥੇ ਅਸੀਂ ਰਹਿੰਦੇ ਹਾਂ ਉਸ ਏਰੀਏ ਵਿੱਚ ਨੋਇਜ਼ ਕਿਵੇਂ ਘਟਾਇਆ ਜਾਵੇ, ਇਹ ਸਵਾਲ ਵੀ ਆ ਸਕਦਾ ਕਿ ਹਾਊ ਕੈਨ ਯੂ ਰਿਡਿਊਸ noise in residential areas. So in residential area it can be ensured that the all noisy operations are conducted away from the area. ਪਹਿਲੀ ਗੱਲ ਤਾਂ ਇਹ ਵੇ ਵੀ ਜਿਹੜੇ ਕੰਮ ਸ਼ੋਰ ਸ਼ਰਾਬੇ ਵਾਲੇ ਨੇ ਉਹ ਉਸ ਏਰੀਏ ਤੋਂ ਬਾਹਰ ਜਾ ਕੇ, ਪਰੇ ਜਾ ਕੇ ਕੀਤੇ ਜਾਣ। noise producing industries should be set up away from such areas. ਉਸ ਇਲਾਕੇ ਵਿੱਚ ਜਿਹੜੇ ਰਹਿਣ ਵਾਲੇ ਇਲਾਕੇ ਨੇ ਉਹ 'ਚ ਕਮਰਸ਼ੀਅਲ ਐਕਟੀਵਿਟੀ ਅਲਾਉਡ ਨਹੀਂ ਹੋਣੀ ਚਾਹੀਦੀ। ਵੈਸੇ ਤਾਂ ਇਹ ਹੀ ਨਹੀਂ, ਜਿੰਨੇ ਵਿਕਸਿਤ ਦੇਸ਼ ਨੇ ਕਿਸੇ 'ਚ ਇੱਦਾਂ ਨਹੀਂ ਹੈਗਾ। ਇਹ ਇੰਡੀਆ ਵਿੱਚ ਵੀ ਇੰਡੀਆ 'ਚ ਹੀ ਇੱਥੇ ਜਿੱਥੇ ਲੋਕ ਘਰ ਵੀ ਰਹਿ ਰਹੇ ਨੇ ਉੱਥੇ ਪੇਂਟ ਦਾ ਗੋਦਾਮ ਵੀ ਹੈਗਾ, ਜਿੱਥੇ ਅੱਗ ਲੱਗ ਜਾਂਦੀ ਹੈ ਉੱਥੇ ਫਰਨੀਚਰ ਦਾ ਕੰਮ ਵੀ ਹੋ ਰਿਹਾ, ਉੱਥੇ ਲੋਹੇ ਦਾ ਕੰਮ ਵੀ ਹੋ ਰਿਹਾ, ਠੁੱਕ ਠੁੱਕ ਵੀ ਹੋ ਰਹੀ ਹੈ। ਸੋ ਕਈ ਵਾਰ ਓਵਰ ਟਾਈਮ ਲੱਗਦਾ, ਰਾਤੀ ਵੀ ਠੁੱਕ ਠੁੱਕ ਹੋ ਰਹੀ ਹੁੰਦੀ ਹੈ, ਉਹ ਗੁਆਂਢੀਆਂ ਦੀ ਆਪਸ ਵਿੱਚ ਫਿਰ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ। ਸੋ ਇਹ ਜਿਹੜੀ ਚੀਜ਼ ਹੈ ਰੈਜ਼ੀਡੈਂਸ਼ੀਅਲ ਏਰੀਆ ਅਤੇ ਕਮਰਸ਼ੀਅਲ ਏਰੀਆਜ਼, ਇਹਨਾਂ ਨੂੰ ਡੀਮਾਰਕੇਟ ਕੀਤਾ ਜਾਣਾ ਚਾਹੀਦਾ ਚੰਗੀ ਤਰ੍ਹਾਂ, ਅਤੇ ਇੱਥੇ ਪੱਕੇ ਤੌਰ 'ਤੇ ਗੌਰਮੈਂਟ ਸ਼ੁੱਡ ਸਟ੍ਰਿਕਟਲੀ ਫੋਲੋ ਦੀਜ਼ ਰੂਲਸ। ਸੋ ਜਿੰਨੀ ਹੈ ਨੋਇਜ਼ ਪ੍ਰੋਡਿਊਸਿੰਗ ਇੰਡਸਟਰੀ ਹੈ ਇਹ ਰੈਜ਼ੀਡੈਂਸ਼ੀਅਲ ਏਰੀਆ ਤੋਂ ਪਰੇ ਹੋਣੀ ਚਾਹੀਦੀ ਹੈ। ਯੂਜ਼ ਆਫ ਆਟੋਮੋਬਾਈਲ ਹੌਰਨਸ ਸ਼ੁੱਡ ਬੀ ਮਿਨੀਮਾਈਜ਼ਡ, ਮਤਲਬ ਕਿ ਜਿਹੜੇ ਹੌਰਨ ਲੱਗੇ ਹੋਏ ਨੇ ਉਹ ਐਮਰਜੈਂਸੀ ਲਈ ਹੁੰਦੇ ਨੇ, ਐਵੇਂ ਖੇਡਣ ਲਈ ਨਹੀਂ ਹੁੰਦੇ, ਜਾਂ ਵੀ ਸ਼ੌਕ ਪੂਰਾ ਕਰਨ ਲਈ ਜਾਂ ਫੁਕਰੇਪਨ ਲਈ ਨਹੀਂ ਹੁੰਦੇ ਕਿ ਮੇਰੇ ਕੋਲ ਗੱਡੀ ਹੈਗੀ ਦੇਖੋ ਮੈਂ ਹੌਰਨ ਵਜਾ ਰਿਹਾ। ਸੋ ਆਪਣੇ ਬੰਦੇ ਤੇ ਇਸ ਹੱਦ ਤੱਕ ਬੇਵਕੂਫ ਹੈਗੇ ਨੇ, ਉਹ ਜਿਹੜਾ ਕੰਪਨੀ ਦਾ ਹੌਰਨ ਹੁੰਦਾ ਉਹ ਤੋਂ ਤਸੱਲੀ ਨਹੀਂ ਹੁੰਦੀ, ਉਹ ਬਾਜ਼ਾਰੋਂ ਜਿਹੜਾ ਜ਼ਿਆਦਾ ਜ਼ੋਰ ਵਾਲਾ ਹੌਰਨ ਹੈਗਾ ਉਹ ਲਵਾ ਲੈਂਦੇ ਨੇ, ਠੀਕ ਹੈ ਨਾ। ਸੋ ਇਹ ਚੀਜ਼ਾਂ ਸਾਨੂੰ ਇਹ ਤੋਂ ਬਚਣਾ ਚਾਹੀਦਾ। TV ਐਂਡ ਮਿਊਜ਼ਿਕ ਸਿਸਟਮ ਸ਼ੁੱਡ ਬੀ ਰਨ ਐਟ ਲੋ ਵੋਲਿਊਮਸ। TV ਮਿਊਜ਼ਿਕ ਜਿਹੜਾ ਹੈ ਬਿਲਕੁਲ ਆਪਣੇ ਸੁਣਨ ਜੋਗੀ ਜਿਹੜੀ ਵੋਲਿਊਮ ਹੈ ਉਹ 'ਤੇ ਚਲਾਉਣਾ ਚਾਹੀਦਾ, ਗੁਆਂਢੀਆਂ ਨੂੰ ਦੱਸਣ ਲਈ ਨਹੀਂ ਚਲਾਉਣਾ ਚਾਹੀਦਾ। ਟਰੀਜ਼ ਮਸਟ ਬੀ ਪਲਾਂਟਡ ਅਲੋਂਗ ਦਾ ਰੋਡਸ, ਸੜਕਾਂ ਦੇ ਬੰਨੋ ਬੰਨ ਜਿਹੜੇ ਨੇ ਬੱਚਿਓ ਇਹ ਸਾਨੂੰ ਪੇੜ ਲਾਉਣੇ ਚਾਹੀਦੇ ਨੇ, ਬਿਕੋਜ਼ ਟਰੀਜ਼ ਪਲੇ ਅ ਵੈਰੀ ਕਰੂਸ਼ੀਅਲ ਰੋਲ, ਵੈਰੀ ਇੰਪੋਰਟੈਂਟ ਰੋਲ ਇਨ ਰਿਡਿਊਸਿੰਗ ਦੀ ਨੋਇਜ਼ ਪੋਲਿਊਸ਼ਨ। ਉਹ ਜਿੰਨੀਆਂ ਵੀ ਵੇਵਸ, ਤਰੰਗਾਂ ਸ਼ੋਰ ਦੀਆਂ ਆਉਂਦੀਆਂ ਨੇ ਉਹ ਜਿਹੜਾ ਪੇੜਾਂ ਦੇ ਪੱਤੇ ਹੁੰਦੇ ਨੇ ਉਹਨੂੰ ਸੋਖ ਲੈਂਦੇ ਨੇ, ਰੋਕ ਲੈਂਦੇ ਨੇ, ਨੋਇਜ਼ ਨੂੰ ਅੱਗੇ ਨਹੀਂ ਜਾਣ ਦਿੰਦੇ। ਸੋ ਕਲੋਨੀਆਂ ਦੇ ਬਾਹਰ ਸੜਕਾਂ ਦੇ ਜਿਹੜੇ ਕਿਨਾਰੇ 'ਤੇ ਵੱਡੇ ਵੱਡੇ ਸੰਘਣੇ ਬੂਟੇ ਲਾਉਣੇ ਚਾਹੀਦੇ ਨੇ। ਉਹ ਨਾਲ ਏਅਰ ਪੋਲਿਊਸ਼ਨ ਦੀ ਸਮੱਸਿਆ ਵੀ ਠੀਕ ਹੋ ਜਾਏਗੀ, ਵਾਟਰ ਪੋਲਿਊਸ਼ਨ ਦੀ ਸਮੱਸਿਆ ਵੀ ਨੂੰ ਠੱਲ ਪਏਗੀ ਅਤੇ ਨਾਲ ਨੋਇਜ਼ ਪੋਲਿਊਸ਼ਨ ਵੀ ਘਟੇਗਾ। ਸੋ ਟਰੀਜ਼ ਮਸਟ ਬੀ ਪਲਾਂਟਡ ਅਲੋਂਗ ਦੀ ਰੋਡਸ ਐਂਡ ਅਰਾਊਂਡ ਬਿਲਡਿੰਗਸ ਟੂ ਕੱਟ ਡਾਊਨ ਔਨ ਦੀ ਸਾਊਂਡਸ ਰੀਚਿੰਗ ਦੀ ਰੈਜ਼ੀਡੈਂਟਸ। ਰੈਜ਼ੀਡੈਂਟ ਹੁੰਦੇ ਨੇ ਜਿਹੜੇ ਰਹਿਣ ਵਾਲੇ ਲੋਕ ਨੇ, ਦਸ ਰਿਡਿਊਸਿੰਗ ਦੀ ਹਾਰਮਫੁਲ ਇਫੈਕਟਸ ਆਫ ਨੋਇਜ਼ ਪੋਲਿਊਸ਼ਨ। ਇਹਦੇ ਨਾਲ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਉਹਦੇ ਜਿਹੜੇ ਨੁਕਸਾਨਦਾਇਕ ਜਿਹੜੇ ਅਸਰ ਨੇ ਉਹਨਾਂ ਨੂੰ ਘਟਾਇਆ ਜਾ ਸਕਦਾ ਹੈ। ਹਾਰਮਫੁਲ ਇਫੈਕਟਸ ਆਫ ਨੋਇਜ਼ ਪੋਲਿਊਸ਼ਨ ਕੈਨ ਬੀ ਰਿਡਿਊਸਡ। ਸੋ ਬੱਚਿਓ ਇਹ ਜਿਹੜੀਆਂ ਗੱਲਾਂ ਅਸੀਂ ਪੜ੍ਹਦੇ ਹਾਂ ਇਹ ਸਿਰਫ ਮੈਂ ਜਿੱਦਾਂ ਪਹਿਲੇ ਵੀ ਕਹਿਣਾ ਨੰਬਰ ਲੈਣ ਲਈ ਨਹੀਂ ਪੜ੍ਹਨੀਆਂ ਵੀ ਇਹ ਰੱਟਾ ਲਾ ਲਿਆ ਅਤੇ ਪੇਪਰ 'ਚ ਲਿਖ ਕੇ ਆ ਗਏ। ਇਹ ਸਾਨੂੰ ਅਕਲ ਦੀ ਗੱਲਾਂ ਵੀ ਸਿੱਖਣ ਨੂੰ ਮਿਲਦੀਆਂ ਵੀ ਸ਼ੋਰ ਦੇ ਨਾਲ ਕਿਹੜੀਆਂ ਸਿਹਤ ਨਾਲ ਸਮੱਸਿਆਵਾਂ ਜੁੜੀਆਂ ਨੇ ਅਤੇ ਕਿੱਦਾਂ ਅਸੀਂ ਆਪਣੀਆਂ ਆਦਤਾਂ ਨੂੰ ਹਟਾ ਕੇ, ਆਦਤਾਂ ਨੂੰ ਸਹੀ ਕਰਕੇ ਆਪਣੀ ਸਿਹਤ ਵੀ ਵਧੀਆ ਕਰ ਸਕਦੇ ਹਾਂ ਅਤੇ ਲੋਕਾਂ ਦਾ ਭਲਾ ਵੀ ਕਰ ਸਕਦੇ ਹਾਂ, ਅਤੇ ਆਪਣੀ ਜਿਹੜੀ ਇਹ ਧਰਤੀ ਹੈ ਇਹਦਾ ਪਾਣੀ, ਹਵਾ, ਇਹਨੂੰ ਵਧੀਆ ਕਿਵੇਂ ਰੱਖ ਸਕਦੇ ਹਾਂ। ਸੋ ਮੈਂ ਕਹਿੰਦਾ ਇਹ ਵੀਡੀਓ ਦੇਖਣ ਤੋਂ ਬਾਅਦ ਬੱਚੇ ਪੱਕੀ ਤੌਰ 'ਤੇ ਸਹੁੰ ਖਾਣਗੇ ਵੀ ਕਦੀ ਵੀ ਕਿਸੇ ਵੀ ਮੌਕੇ 'ਤੇ, ਚਾਹੇ ਉਹ 500 ਸਾਲਾ ਸ਼ਤਾਬਦੀ ਹੋਵੇ, ਚਾਹੇ 1000 ਸਾਲਾ ਸ਼ਤਾਬਦੀ ਹੋਵੇ, SGPC ਜੋ ਮਰਜ਼ੀ ਕਰੇ, ਗੁਰਦੁਆਰਿਆਂ ਦੇ ਪ੍ਰਧਾਨ ਜੋ ਮਰਜ਼ੀ ਕਰਨ, ਤੁਸੀਂ ਉਹਨਾਂ ਵਰਗੀਆਂ ਬੇਵਕੂਫੀਆਂ ਨਹੀਂ ਕਰਨੀਆਂ। ਅਤੇ ਤੁਸੀਂ ਕੀ ਕਰਨਾ ਬੱਚੋ, ਕਦੀ ਵੀ ਇਹ ਪਟਾਕੇ ਜਿਹੜੇ ਨੇ ਜ਼ਿੰਦਗੀ ਵਿੱਚ ਨਹੀਂ ਚਲਾਉਣੇ, ਠੀਕ ਹੈ। ਉਹ ਜਿਹੜਾ ਪੈਸਾ ਹੈਗਾ ਉਹ ਸਰਬਤ ਦੇ ਭਲੇ ਲਈ ਵਰਤਿਆ ਜਾ ਸਕਦਾ ਹੈ, ਗਰੀਬਾਂ ਦੀ ਵਿੱਦਿਆ ਲਈ ਵਰਤਿਆ ਜਾ ਸਕਦਾ ਹੈ, ਗਰੀਬਾਂ ਦੇ ਲੰਗਰ ਲਈ ਵਰਤਿਆ ਜਾ ਸਕਦਾ ਹੈ, ਗਰੀਬਾਂ ਦੇ ਉਹਨਾਂ ਨੂੰ ਪੈਰਾਂ 'ਤੇ ਖੜੇ ਕਰਨ ਲਈ ਵਰਤਿਆ ਜਾ ਸਕਦਾ ਹੈ। ਸੋ ਪੈਸੇ ਦੀ ਬੱਚਤ ਤਾਂ ਹੋਏਗੀ, ਹਵਾ ਵੀ ਗੰਦੀ ਨਹੀਂ ਹੋਏਗੀ ਅਤੇ ਸ਼ੋਰ ਸ਼ਰਾਬਾ ਵੀ ਨਹੀਂ ਹੋਏਗਾ, ਅਤੇ ਅਸੀਂ ਇੱਕ ਸਿਆਣੇ ਇਨਸਾਨ, ਸਿਆਣੇ ਜਿਹੜੇ ਸ਼ਹਿਰੀ ਬਣ ਕੇ ਅਸੀਂ ਆਪਣਾ ਜੀਵਨ ਬਸ਼ਰ ਕਰ ਸਕਾਂਗੇ। ਸੋ ਪਿਆਰੇ ਵਿਦਿਆਰਥੀਓ, ਇਹਦੇ ਨਾਲ ਹੀ ਇਹ ਨੋਟਸ ਦਾ ਜਿਹੜਾ ਜੁੜਿਆ ਸੀ, ਇਹ ਸਾਊਂਡ ਦਾ ਚੈਪਟਰ ਤੁਹਾਡਾ ਸਮਾਪਤ ਹੁੰਦਾ ਹੈ। ਅਤੇ
ਇਸ ਤੋਂ ਬਾਅਦ ਜਿਹੜਾ ਹੈ ਇਸ ਚੈਪਟਰ ਦੀ ਐਕਸਰਸਾਈਜ਼ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਅਗਲੇ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ। ਤਾਂ ਤੁਸੀਂ ਡਟ ਕੇ ਅਨੁਸ਼ਾਸਨ ਦੇ ਨਾਲ, ਨਿਰੰਤਰਤਾ ਦੇ ਨਾਲ ਆਪਣੀ ਡਟ ਕੇ ਪੜ੍ਹਾਈ ਕਰਦੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ। ਹੋਰ ਆਪਣੇ ਦੋਸਤਾਂ ਨੂੰ ਵੀ ਪ੍ਰੇਰੋ ਸਬਸਕ੍ਰਾਈਬ ਕਰਨ ਲਈ। ਵੀਡੀਓਜ਼ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਹੋਰ ਆਪਣੇ ਮਿੱਤਰਾਂ ਦੇ ਨਾਲ ਵੀ ਇਹਨੂੰ ਸ਼ੇਅਰ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ। ਗੋਡ ਬਲੈਸ ਯੂ ਆਲ।